ਧਿਆਵੋ ਹਿਰਦੈ ਨਿਤ। ਸ੍ਰੀ ਗੁਰੂ ਰਾਮਦਾਸ ਗੁਣ ਤੇਰੀ ਅਰਜਨ ਵਿਗਨਨ ਕੇ ਨਾਸਕ ਵਿਗਨਨ ਕੇ। ਹਰ ਗੋਬਿੰਦ ਸੁਭ ਸੁਮਤ ਪਰ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਮਨਾਇਬ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ। ਵੰਦੋਂ ਬਾਰ ਬਾਰ ਜਗਦੀਸ਼ਾ। ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਕਰ ਬਿਸ਼ਨੁ ਸਕਲ ਗੁਣ ਖਾਨੀ। ਮੁਸਕਤ ਮਧੁਰ ਕਹਿਤ ਸ੍ਰਿਧ ਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ ਚਵਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਜੀ ਕੇ ਆਤਮਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਸੁਭਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਮੁਬਾਰਕ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਗੁਰੂ ਇਤਿਹਾਸ ਦੀ ਕਥਾ ਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੇ ਅੰਦਰ ਪੌਰਾਣਿਕ ਕਥਾ ਚੱਲ ਰਹੀਆਂ ਹਨ, ਜਿਹਦੇ 'ਚ ਸਵਾਲ ਹੈ ਵੀ ਇਹ ਰਾਖਸ਼ ਤੇ ਦੇਵਤੇ ਕਿੱਥੋਂ ਪੈਦਾ ਹੋਏ। ਆਖਰਕਾਰ ਵਿਸ਼ਨੂੰ ਜੀ ਨੂੰ ਵਰਾਹ ਦਾ ਅਵਤਾਰ ਕਿਉਂ ਧਾਰਨ ਕਰਨਾ ਪਿਆ। ਉਹਨਾਂ ਸਵਾਲਾਂ ਦੇ ਇਹ ਜਵਾਬ ਨੇ
ਇਹ ਕਸ਼ਯਪ ਰਿਸ਼ੀ ਦੀ ਘਰਵਾਲੀ ਅਦਿਤੀ ਤੋਂ ਹਰਨਾਸ ਤੇ ਹਰਨ ਕਸ਼ਯਪ ਪੈਦਾ ਹੋਏ। ਰਿਸ਼ੀ ਜੀ ਨੇ ਪਹਿਲਾਂ ਹੀ ਆਪਣੀ ਘਰਵਾਲੀ ਨੂੰ ਦੱਸ ਦਿੱਤਾ ਸੀ ਵੀ ਇਹਨਾਂ ਦੀ ਬਿਰਤੀ ਸਹੀ ਨਹੀਂ ਹੋਵੇਗੀ। ਫਿਰ ਉਹ ਕੰਬਦੀ ਹੈ ਵੀ ਮੈਂ ਗਲਤੀ ਕੀਤੀ। ਨਾਲ ਹੀ ਉਹਨਾਂ ਨੇ ਕਿਹਾ ਵੀ ਉਧਾਰ ਇਹਨਾਂ ਦਾ ਵਿਸ਼ਨੂੰ ਜੀ ਨੇ ਆਪ ਹੀ ਕਰਨਾ ਹੈ, ਕਿਉਂਕਿ ਵਿਸ਼ਨੂੰ ਜੀ ਦੇ ਦਰਬਾਰੀ ਨੇ ਇਹਨਾਂ ਨੂੰ ਸਰਾਪ ਮਿਲਿਆ ਹੋਇਆ ਹੈ ਜੈ ਤੇ ਵਿਜੇ ਨੂੰ। ਭਗਤੀ ਕਰਕੇ ਸਮਾਂ ਜ਼ਿਆਦਾ ਲੱਗੇਗਾ, ਲੜਕੇ ਘੱਟ ਸਮੇਂ ਦੇ ਵਿੱਚ ਉਧਾਰ ਹੋ ਜਾਏਗਾ। ਇਸ ਲਈ ਇਹਨਾਂ ਨੇ ਇੱਛਾ ਕੀਤੀ ਫਿਰ ਲੜਕੇ ਹੀ ਮਰਨਾ ਚੰਗਾ ਹੈ, ਛੇਤੀ ਉਧਾਰ ਹੋਵੇਗਾ। ਜਿਸ ਵਕਤ ਇਹਨਾਂ ਦਾ ਜਨਮ ਹੋਇਆ ਉਸ ਵਕਤ ਵੀ ਬੜੇ ਅਮੰਗਲ ਹੋਏ। ਹਨੇਰੀ ਝੱਖੜ ਚੱਲੇ, ਤੂਫਾਨ ਆਏ, ਬੜਾ ਨੁਕਸਾਨ ਲੁਕਾਈ ਦਾ ਹੋਇਆ। ਜਿਸ ਬਾਤ ਵੱਡੇ ਹੁੰਦੇ ਨੇ ਫਿਰ ਇਹਨਾਂ ਨੇ ਉਹ ਪੱਧਰ ਕਰਨਾ ਸ਼ੁਰੂ ਕਰ ਦਿੱਤਾ ਕਿ ਹਰਨ ਕਸ਼ਯਪ ਧਰਤੀ ਨੂੰ ਲੈ ਕੇ ਪਾਤਾਲ 'ਚ ਚਲਾ ਗਿਆ ਔਰ ਫਿਰ ਇਸਨੇ ਦੇਵਤਿਆਂ ਦੇ ਨਾਲ ਲੜਨ ਦੀ ਇੱਛਾ ਕੀਤੀ, ਪਰ ਵਰਣ ਦੇਵਤੇ ਨੇ ਕਿਹਾ ਵੀ ਤੇਰੇ ਨਾਲ ਕੋਈ ਨਹੀਂ ਲੜ ਸਕਦਾ ਤੇ ਤੈਨੂੰ ਲੜਨ ਦੇ ਲਈ ਵਿਸ਼ਨੂੰ ਜੀ ਨੂੰ ਹੀ ਲੱਭਣਾ ਪੈਣਾ। ਇਹ ਕਥਾ ਬ੍ਰਹਮਾ ਜੀ ਦੇਵਤਿਆਂ ਨੂੰ ਸੁਣਾ ਰਹੇ ਹਨ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਜਿਸ ਪ੍ਰਮਾਤਮਾ ਨੇ ਇਹਨਾਂ ਨੂੰ ਪੈਦਾ ਕੀਤਾ, ਇਹਨਾਂ ਦੇ ਮਾਰਨ ਦਾ ਪ੍ਰਬੰਧ ਵੀ ਉਹਨੇ ਆਪ ਹੀ ਕੀਤਾ ਹੋਇਆ। ਤੁਸੀਂ ਆਪਣਾ ਸ਼ਾਂਤੀ ਦੇ ਨਾਲ ਆਪਣਾ ਕੰਮ ਕਰੋ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਹੈ ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਬ ਸੁਨ ਜਯੋ ਬਰਹ ਪ੍ਰਗਟਾਨੇ। ਹੁਣ ਜਿਵੇਂ ਬਰਾਹ ਦਾ ਅਵਤਾਰ ਹੋਇਆ, ਪੁਰਾਣਕ ਕਥਾ ਸ਼ੁਰੂ ਹੁੰਦੀ ਹੈ। ਪੂਰਬ ਬਿਦ ਤੇ ਮਨ ਸਤ ਰੂਪਾ। ਪਹਿਲੇ ਬ੍ਰਹਮਾ ਤੋਂ ਦੋ ਬੱਚੇ ਹੁੰਦੇ ਨੇ, ਇੱਕ ਦਾ ਨਾਮ ਮਨ ਹੈ, ਦੂਸਰੀ ਉਹਦੀ ਬੱਚੀ ਸਤ ਰੂਪਾ ਹੈ। ਨਰ ਤੇ ਉਪਜੇ ਗੁਣ ਨ ਅਨੂਪਾ। ਫਿਰ ਇਹਨਾਂ ਤੋਂ ਅੱਗੇ ਮਨੁੱਖ ਸ਼੍ਰੇਣੀ ਚਲਦੀ ਹੈ, ਮਨੁੱਖ ਜਾਤੀ ਤੁਰਦੀ ਹੈ। ਬਿਦ ਸੋ ਕਹੈ ਬਿਨੈ ਸੁਣ ਲੀਜੈ। ਇਹਨਾਂ ਦੋਵਾਂ ਨੇ, ਮਾਨ ਤੇ ਸਤ ਰੂਪਾ ਨੇ ਬੇਨਤੀ ਕਰੀ ਬ੍ਰਹਮਾ ਨੂੰ ਵੀ ਸਾਡੀ ਬੇਨਤੀ ਸੁਣੋ। ਆਪਣੀ ਸੇਵ ਹਮੈ ਕੁਛ ਦੀਜੈ। ਵੀ ਤੁਹਾਡੇ ਰਾਹੀਂ ਸਾਡਾ ਮਾਤਲੋਕ ਵਿੱਚ ਆਉਣਾ ਹੋਇਆ ਹੈ, ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ, ਸਾਨੂੰ ਸੇਵਾ ਦਿਓ। ਪੁੱਤਰ ਸਿੱਖ ਕੀ ਇਹ ਸ਼ੁਭ ਰੀਤੀ। ਕਿਉਂਕਿ ਪੁੱਤਰ ਦੀ ਸਿੱਖ ਦੀ ਇਹ ਸ਼ੁਭ ਮਰਿਆਦਾ ਹੈ। ਗੁਰ ਪਿਤ ਆਇਸ ਕਰੈ ਸਪਰੀਤੀ। ਜਿਹੜਾ ਪੁੱਤਰ ਹੈ ਉਹਨੂੰ ਪਿਤਾ ਦੀ ਆਗਿਆ ਦੇ ਵਿੱਚ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਸਿੱਖ ਹੈ ਉਹਨੂੰ ਗੁਰੂ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਵੀ ਕਹਿੰਦੇ ਹਨ ਵੀ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਤੋ ਸਾਨੂੰ ਦੱਸੋ ਅਸੀਂ ਤੁਹਾਡੀ ਆਗਿਆ 'ਚ ਰਹਿ ਕੇ ਕੀ ਕਰੀਏ। ਤੇ ਹਮ ਕੋ ਉਚਿਤ ਗੁਸਾਈ। ਤਾਂ ਤੇ ਸਾਡੇ ਕਰਨ ਦੇ ਲਈ
ਜੋ ਜੋਗ ਹੈ। ਦਇਆ ਧਾਰ ਨਿਜ ਦੇਹੁ ਬਤਾਈ। ਸਾਡੇ ਤੇ ਦਇਆ ਕਰਦਿਆਂ ਹੋਇਆਂ ਸਾਨੂੰ ਦੱਸ ਦਿਓ। ਸੁਨ ਮਨ ਕੇ ਅਸ ਬੈਨ ਵਿਦਾਤਾ। ਜਦੋਂ ਆਪਣੇ ਪੁੱਤਰ ਮੰਨਦੇ ਇਹ ਸੋਹਣੀਆਂ ਗੱਲਾਂ ਵਰਮੇ ਨੇ। ਬੋਲਤ ਭਇਓ ਸੁਨੋ ਹੈ ਤਾਤਾ। ਕਹਿਣ ਲੱਗਿਆ ਹੈ ਪੁੱਤਰ ਸੁਣ, ਤੁਮ ਪਰ ਮੈਂ ਸੋ ਪ੍ਰਸੰਨ ਮਹਾਨਾ। ਮੈਂ ਤੇਰੇ ਤੇ ਖੁਸ਼ ਹਾਂ ਵੀ ਤੂੰ ਮੇਰੇ ਕੋਲੋਂ ਪੁੱਛ ਰਿਹਾ ਵੀ ਮੈਂ ਕੀ ਕਰਾਂ। ਦੰਪਤ ਰਹੋ ਸਹਿਤ ਕਲਿਆਣਾ। ਮੈਂ ਚਾਹੁੰਦਾ ਵੀ ਤੁਸੀਂ ਦੋਵੇਂ ਜਣੇ ਸੁਖ ਦੇ ਸਹਿਤ ਆਪਣਾ ਜੀਵਨ ਬਤੀਤ ਕਰੋ। ਜੇ ਕਰ ਮਮ ਸੇਵਾ ਤੁਮ ਮੰਗੀ। ਜੇ ਤੁਸੀਂ ਮੇਰੇ ਕੋਲੋਂ ਮੇਰੀ ਸੇਵਾ ਮੰਗੀ ਹੈ ਅਸ ਪ੍ਰਕਾਰ ਕੀਜੈ ਅਨੁਰਾਗੀ। ਤਾਂ ਫਿਰ ਆਹ ਕੰਮ ਭਾਵਨਾ ਦੇ ਨਾਲ ਕਰੋ। ਨਿਜ ਸਰੀਰ ਤੇ ਸੁਤ ਉਪਜਾਵੋ। ਤੁਸੀਂ ਆਪਣੇ ਸਰੀਰ ਤੋਂ ਪੁੱਤਰ ਪੈਦਾ ਕਰੋ, ਅੰਸ ਚਲਾਓ ਆਪਣੇ। ਧਰਮ ਸਹਿਤ ਸ਼ਿਤ ਰਾਜ ਕਮਾਵੋ। ਤੇ ਧਰਮ ਦੇ ਸਹਿਤ ਰਾਜ ਕਮਾਉਣਾ ਹੈ ਧਰਤੀ ਦੇ ਉੱਤੇ। ਰਾਜ ਕਰਨਾ ਚੰਗੀ ਗੱਲ ਹੈ, ਪਰ ਉਸ ਰਾਜ ਨੂੰ ਧਰਮ ਦੇ ਮੁਤਾਬਕ ਚਲਾਉਣਾ ਹੈ। ਜੇ ਧਰਮ ਨੂੰ ਕੱਪੜਿਆਂ ਵੱਲ ਵੇਖੋਗੇ ਤਾਂ ਇਹਦੀ ਵਿਆਖਿਆ ਕਰਨੀ ਬੜੀ ਗੁੰਝਲਦਾਰ ਹੋ ਜਾਂਦੀ ਹੈ। ਧਾਰਮਿਕ ਸਥਾਨਾਂ ਵੱਲ ਵੇਖੋਗੇ ਫਿਰ ਹੋਰ ਗੁੰਝਲਦਾਰ ਹੋ ਜਾਏਗੀ। ਇਸ ਲਈ ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਧਰਮ ਦਾ ਅਰਥ ਹੁੰਦਾ ਹੈ ਨਿਯਮ ਦੇ ਮੁਤਾਬਕ ਵਰਤਾ ਕਰਨਾ, ਸਭ ਦੇ ਨਾਲ ਇੱਕੋ ਜਿਹਾ। ਜਿਵੇਂ ਪਰਮਾਤਮਾ ਦੀ ਰਚਨਾ ਦੇ ਵਿੱਚ ਹਵਾ, ਪਾਣੀ, ਧਰਤੀ, ਆਕਾਸ਼, ਅੱਗ, ਇਹ ਸਭ ਦੇ ਨਾਲ ਇੱਕੋ ਜਿਹਾ ਵਰਤਾਅ ਕਰਦੇ ਨੇ। ਇਸ ਤਰ੍ਹਾਂ ਰਾਜੇ ਨੇ ਸਾਰਿਆਂ ਦੇ ਨਾਲ ਇੱਕੋ ਜਿਹਾ ਵਰਤਾਅ ਕਰਨਾ ਹੁੰਦਾ ਹੈ। ਇਹਨੂੰ ਕਹਿੰਦੇ ਨੇ ਧਰਮ ਦੇ ਸਹਿਤ ਰਾਜ ਕਰਨਾ। ਰਾਜ ਕਰੋ ਧਰਮ ਦੇ ਸਹਿਤ। ਮਖ ਕਰ ਜਜੋ ਬਿਸ਼ਨ ਗੁਣ ਖਾਨੀ। ਇਹਦੇ ਚ ਮੱਖ ਨਾਮ ਜਗ ਦਾ, ਜਗ ਦਾ ਸੰਬੰਧ ਭੋਜਨ ਨਾਲ ਹੁੰਦਾ ਵੀ ਪਹਿਲਾਂ ਭੁੱਖੇ ਨੂੰ ਭੋਜਨ ਖਵਾਉਣਾ ਜ਼ਰੂਰੀ ਹੈ। ਇਹ ਜ਼ਰੂਰੀ, ਸਭ ਤੋਂ ਪਹਿਲਾਂ ਭੁੱਖੇ ਦਾ ਖਿਆਲ ਰੱਖਣਾ, ਨੰਗੇ ਦਾ ਖਿਆਲ ਰੱਖਣਾ, ਉਹਦੀ ਲੋੜ ਸਭ ਤੋਂ ਪਹਿਲਾਂ ਪੂਰੀ ਕਰੋ। ਫਿਰ ਪਰਮਾਤਮਾ ਦਾ ਨਾਮ ਜਪਣਾ। ਸਿਧਾਂਤ ਹਰੇਕ ਯੁੱਗ ਦੇ ਵਿੱਚ ਇਹੀ ਰਿਹਾ ਤੇ ਉਹੀ ਸਤਿਗੁਰੂ ਜੀ ਬਾਣੀ ਰਾਹੀਂ ਦੱਸ ਰਹੇ ਆ ਵੀ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਮਨੁੱਖਾ ਜੀਵਨ ਦਾ ਜਿਹੜਾ ਪ੍ਰਯੋਜਨ ਹੈ ਉਹ ਸੇਵਾ ਤੇ ਸਿਮਰਨ ਹੈ। ਸੇਵਾ ਕਰਨੀ ਹੈ ਲੋੜਵੰਦ ਦੀ, ਤੇ ਭਾਈ ਉਸ ਪਰਮਾਤਮਾ ਦਾ ਸ਼ੁਕਰਾਨਾ ਸਿਮਰਨ ਕਰਨਾ ਹੈ। ਪ੍ਰਜਾ ਰੱਖਿਆ ਬਕਰੋ ਮਹਾਨੀ। ਇਹ ਆਪਣੀ ਜਿਹੜੀ ਪ੍ਰਜਾ ਹੈ ਉਹਦੀ ਰੱਖਿਆ ਕਰਨੀ, ਕਿਉਂਕਿ ਰਾਜਾ ਜਿਹੜਾ ਉਹ ਆਪਣੀ ਪ੍ਰਜਾ ਦੀ ਵਾੜ ਹੋਇਆ ਕਰਦਾ। ਉਹਦਾ ਫਰਜ਼ ਹੁੰਦਾ ਹੈ ਪ੍ਰਜਾ ਦੀ ਰੱਖਿਆ ਕਰਨਾ ਕਰੋ। ਜਿਨ ਸ਼੍ਰੀ ਪ੍ਰਭ ਨਹਿ ਤੋਖਣ ਕੀਨੋ। ਇਹ ਗੱਲ ਸਮਝਾਉਣਾ ਕੀਤੀ ਬ੍ਰਹਮਾ ਨੇ ਆਪਣੇ ਪੁੱਤਰ ਨੂੰ। ਮੰਦ ਪਾਗ ਜਗ ਆਪ ਜਸ ਲੀਨੋ। ਅਗਰ ਇਹ ਕੁਝ ਨਾ ਕੀਤਾ ਤੇ ਫਿਰ ਬੰਦੇ ਦੇ ਮੰਦੇ ਭਾਗ ਨੇ। ਫਿਰ ਉਹਨੇ ਮਾਤ ਲੋਕ ਦੇ ਵਿੱਚ ਆ ਕੇ ਆਪਣੀ ਨਿੰਦਿਆ ਹੀ ਕਰਾਉਣੀ ਹੈ ਜੇ ਆਹ ਦੋ ਕੰਮ ਨਹੀਂ ਕਰਦਾ। ਹਰ ਕੋ ਜਜਨ ਪ੍ਰਜਾ ਰਖਵਾਰੀ। ਇਸ ਲਈ ਪ੍ਰਮਾਤਮਾ ਦਾ ਸਿਮਰਨ ਕਰਨਾ, ਪ੍ਰਜਾ ਦੀ ਰੱਖਿਆ ਕਰਨੀ, ਇਹ ਸੇਵਾ ਬੜ ਜਾਨ ਹਮਾਰੀ। ਇਹੀ ਸਭ ਤੋਂ ਵੱਡੀ ਸੇਵਾ ਹੈ। ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈ। ਮੇਰੀ ਸੇਵਾ ਇਹੀ ਸੇਵਾ ਹੈ। ਜੇ ਤੁਸੀਂ ਮੇਰੇ ਕਹਿਣੇ ਅਨੁਸਾਰ ਤੁਸੀਂ ਆਹ ਕੰਮ ਕਰਦੇ ਹੋ, ਇਹੀ ਮੇਰੀ ਸੇਵਾ ਹੈ। ਲੁਕਾਈ ਦੀ ਸੇਵਾ ਹੀ ਮੇਰੀ ਸੇਵਾ ਹੈ, ਕਿਉਂਕਿ ਪ੍ਰਮਾਤਮਾ
ਇਸੇ ਸੰਸਾਰ ਦੇ ਵਿੱਚ ਵਸ ਰਿਹਾ। ਖਾਲਕ ਖਲਕ ਖਲਕ ਮੈਂ ਖਾਲਕ। ਕਿੱਥੇ ਰਹਿੰਦਾ ਰੱਬ? ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਘਾਟ ਘਾਟ ਮੈਂ ਹਰਜੂ ਬਸੈ, ਸੰਤਨ ਕਿਹੋ ਪੁਕਾਰ। ਸਾਰੇ ਜੀਆਂ ਦੇ ਵਿੱਚ ਪਰਮਾਤਮਾ ਰਹਿ ਰਿਹਾ ਹੈ। ਸੰਸਾਰ ਦੇ ਵਿੱਚ ਨਿਰੰਕਾਰ ਹੈ। ਇਸ ਕਰਕੇ ਸੰਸਾਰ ਦੀ ਸੇਵਾ ਹੀ ਨਿਰੰਕਾਰ ਦੀ ਸੇਵਾ ਹੈ। ਜੇ ਭਾਈ ਤੁਸੀਂ ਮੇਰਾ ਕਹਿਣਾ ਮੰਨਦੇ ਹੋ, ਮੇਰੀ ਸੇਵਾ ਕਰਨੀ, ਮੇਰੀ ਸੇਵਾ ਤਾਂ ਫਿਰ ਇਹੀ ਹੈ, ਆ ਕਰੋ ਸੇਵਾ ਸੰਸਾਰ ਦੇ ਜੀਵਾਂ ਦੀ। ਸੁਨ ਕਰ ਮਨ ਬੋਲਿਓ ਬਿਦ ਸਾਥੇ। ਫੇਰ ਉਹਨੇ ਆਪਣੇ ਪਿਤਾ ਨੂੰ ਕਿਹਾ, ਮਨੂ ਨੇ, ਪਿਤਾ ਜੀ ਗੱਲ ਸੁਣੋ, ਰਾਵਰ ਕੀ ਆਇਸ ਮਮ ਮਾਥੇ। ਮੈਂ ਤੁਹਾਡਾ ਹੁਕਮ ਜਿਹੜਾ ਹੈ ਉਹ ਖਿੜੇ ਮੱਥੇ ਮੰਨ ਲਿਆ। ਮੈਂ ਸੇਵਾ ਕਰਨ ਨੂੰ ਤਿਆਰ ਹਾਂ। ਮੈਂ ਅਰ ਪਰਜਾ ਸਬਰ ਸਮੇਤਾ। ਠੀਕ ਹੈ, ਮੈਂ ਸਾਰੀ ਪਰਜਾ ਦਾ ਖਿਆਲ ਰੱਖਾਂਗਾ। ਜਲ ਮੈਂ ਧਰਾ ਨ ਪਾਏ ਨ ਕੇਤਾ। ਫਿਰ ਕਹਿੰਦੇ ਵੀ ਧਰਤੀ ਤੇ ਦਿਖਾਓ ਮੇਰੀ, ਕਿਹੜੀ ਧਰਤੀ ਤੇ ਰਾਜ ਕਰਨਾ ਹੈ। ਧਰਤੀ ਤਾਂ ਪਾਣੀ ਦੇ ਵਿੱਚ ਗਈ ਹੋਈ ਹੈ, ਪਤਾਲ 'ਚ ਗਈ ਹੋਈ ਹੈ। ਹਰਨ ਕਸ਼ਯਪ ਲੈ ਗਿਆ ਧਰਤੀ ਨੂੰ। ਕਿਹੜੀ ਧਰਤੀ ਤੇ ਕਰਾਂ ਮੈਂ ਰਾਜ? ਇਹ ਸਥਾਨ ਰਹਿ ਰਾਜ ਕਮਾਵੋ। ਕਿੱਥੇ ਰਹਿ ਕੇ ਮੈਂ ਰਾਜ ਕਰਾਂ, ਕਿੱਥੇ ਪਰਜਾ ਵਸਾਵਾਂ। ਰਾਸ਼ਟਰ ਪ੍ਰਜਾ ਕੋ ਕਹਾਂ ਬਸਾਵੇ। ਆਪ ਹੀ ਤੁਸੀਂ ਪਹਿਲਾਂ ਦੱਸਣਾ ਕਰੋ। ਜੇ ਅਸ ਬਿਦ ਕੀ ਚਾਹੇ ਤੁਮਾਰੀ। ਠੀਕ ਹੈ, ਜੇ ਤੁਹਾਡੀ ਇਸ ਤਰ੍ਹਾਂ ਕਰਵਾਉਣ ਦੀ ਇੱਛਾ ਸਾਡੇ ਕੋਲੋਂ, ਕਿਸੂ ਜਤਨ ਲਿਓ ਤਰਨ ਉਧਾਰੀ। ਤਾਂ ਫਿਰ ਪਹਿਲਾਂ ਧਰਤੀ ਤੇ ਸਾਹਮਣੇ ਲਿਆਓ ਨਾ ਮੇਰੇ। ਪਤਾਲ 'ਚ ਤਾਂ ਰਾਜ ਨਹੀਂ ਹੋਣਾ, ਧਰਤੀ ਤੇ ਰਾਜ ਹੋਣਾ। ਪਾਣੀ 'ਚ ਨਹੀਂ ਰਾਜ ਹੋਣਾ, ਪਹਿਲਾਂ ਧਰਤੀ ਚਾਹੀਦੀ। ਧਰਤੀ ਦਾ ਪ੍ਰਬੰਧ ਕਰਕੇ ਦਿਓ। ਸੁਨ ਕਰ ਜੋ ਬਿਦ ਕਰਤ ਵਿਚਾਰਾ। ਹੁਣ ਬ੍ਰਹਮਾ ਇਹ ਗੱਲ ਸੁਣ ਕੇ ਸੋਚੀ ਪੈ ਗਿਆ। ਪਹਿਲੇ ਜਲ ਮੈਂ ਪਿਓ ਅਫਾਰਾ। ਕਹਿੰਦੇ ਵੀ ਪਹਿਲਾਂ ਪਾਣੀਓ ਪਾਣੀ ਸੀਗਾ, ਉਹਨੂੰ ਖਤਮ ਕੀਤਾ। ਹੋਈ ਹੁਤੀ ਨਗਨ ਜਬ ਅਵਨੀ। ਜਦੋਂ ਫਿਰ ਪਾਣੀ ਪੀਤਾ, ਧਰਤੀ ਨਗਨ ਹੋ ਗਈ। ਅਗਸਤ ਮੁਨੀ 2.5 ਚੂੜੀਆਂ ਦੇ ਵਿੱਚ ਕਹਿੰਦੇ ਪਾਣੀ ਪੈ ਗਿਆ ਸੀ। ਸਮੁੰਦਰ ਹੀ ਪੀ ਗਿਆ, ਸਾਰਾ ਸਮੁੰਦਰ। ਉਦੋਂ ਫਿਰ ਧਰਤੀ ਦਾ ਥੱਲੇ ਵਾਲਾ ਹਿੱਸਾ ਜਿਹੜਾ ਨਜ਼ਰ ਆਇਆ। ਰਚੀ ਪ੍ਰਜਾ ਤਬ ਬਹੁ ਬਿਦ ਰਮਨੀ। ਫਿਰ ਉਸ ਧਰਤੀ ਦੇ ਉੱਤੇ ਰਚਨਾ ਕੀਤੀ ਸੰਸਾਰ ਦੀ। ਅਪਰਮਾਨ ਜਲ ਬਦਿਓ ਬਹੋਰੀ। ਉਸ ਤੋਂ ਬਾਅਦ ਪਾਣੀ ਬਹੁਤ ਜ਼ਿਆਦਾ ਵੱਧ ਗਿਆ। ਸਗਰੀ ਤਰਨ ਲੀਨ ਅਬ ਬੋਰੀ। ਹੁਣ ਪਾਣੀ ਨੇ ਧਰਤੀ ਨੂੰ ਆਪਣੀ ਚ ਡੁਬੋ ਰੱਖਿਆ, ਕਿਉਂਕਿ ਪਾਣੀ ਧਰਤੀ ਨਾਲੋਂ ਜ਼ਿਆਦਾ ਥੱਲੇ ਪਾਣੀ, ਆਲੇ ਦੁਆਲੇ ਪਾਣੀ ਹੈ। ਕਦੇ ਵੀ ਧਰਤੀ ਨੂੰ ਆਪਣੇ ਵਿੱਚ ਲੀਨ ਕਰ ਸਕਦਾ। ਤੇ ਹੁਣ ਧਰਤੀ ਫਿਰ ਪਾਣੀ ਦੇ ਵਿੱਚ ਡੁੱਬੀ ਪਈ ਹੈ। ਇਸ ਪ੍ਰਕਾਰ ਇਸ ਵਹਿਰ ਟਿਕਾਉ। ਹੁਣ ਕਿਵੇਂ ਇਸ ਧਰਤੀ ਨੂੰ ਬਾਹਰ ਟਿਕਾਵਾਂ ਰੱਖਾਂ ਲਿਆ ਕੇ। ਨਾਨਾ ਬਿਦ ਕੀ ਰਚਨ ਰਚਾਉ। ਫੇਰ ਇਹਦੇ ਉੱਤੇ ਤਰ੍ਹਾਂ ਤਰ੍ਹਾਂ ਦੀ ਰਚਨਾ ਰਚੀਏ। ਨਾਭ ਕਮਲ ਤੇ ਜਨਮ ਪਇਓ ਜਬ। ਜਦੋਂ ਕਮਲ ਦੀ ਨਾਭੀ ਤੋਂ ਮੇਰਾ ਜਨਮ ਹੋਇਆ, ਜਗਤ ਰਚਨ ਪ੍ਰਭ ਆਇਸ ਦੀ ਤਬ। ਤੇ ਪ੍ਰਮਾਤਮਾ ਨੇ ਮੈਨੂੰ ਹੁਕਮ ਕੀਤਾ ਸੀ ਕਿ ਧਰਤੀ ਦੀ ਰਚਨਾ ਕਰ। ਸ੍ਰਿਸ਼ਟੀ ਸਾਜ ਮਹਿ ਮੋਤੇ ਅਬ ਹੋਤੇ ਉਪਾਈ। ਤੇ ਉਦੋਂ ਮੈਂ ਆਪਣੇ ਹੰਕਾਰ ਦੇ ਵਿੱਚ ਫਸ ਗਿਆ, ਤੇ ਉਦੋਂ ਵੀ ਮੇਰੇ ਤੋਂ ਕੁਝ ਹੋ ਸਕਿਆ। ਮੈਂ ਪਰਮਾਤਮਾ ਤੇ ਕਿੰਤੂ ਪਰੰਤੂ ਕਰਤਾ। ਇਹ ਹੋ ਹੀ ਨਹੀਂ ਸਕਦਾ ਵੀ ਮੈਂ ਨਾਭੀ ਚੋਂ ਪੈਦਾ ਹੋਇਆ। ਫਿਰ 18 ਯੁੱਗ ਲੰਘ ਗਏ, ਥੱਲੇ ਜਾਂਦਿਆਂ 18 ਯੁੱਗ ਲੰਘ ਗਏ, ਉੱਪਰ ਆਉਂਦਿਆਂ ਹੋਇਆ ਨਹੀਂ। ਤੇ ਹੁਣ ਵੀ ਨਹੀਂ ਮੈਂ ਕੁਝ ਕਰ ਸਕਦਾ। ਮੇਰੇ ਵਿੱਚ ਹਿੰਮਤ ਹੁਣ ਵੀ ਨਹੀਂ ਕੁਝ ਕਰਨ ਦੀ। ਕਰੇਗਾ ਤਾਂ ਉਹੀ ਜਿਹਨੇ ਪਹਿਲਾਂ ਕੀਤਾ, ਹੁਣ ਵੀ ਉਹੀ ਕਰੇਗਾ। ਕਰੈ ਆਪ ਜਗਦੀਸ਼ ਸਹਾਈ। ਆਪ ਹੀ ਮਾਲਕ ਮੇਰੀ ਸਹਾਇਤਾ ਕਰੇਗਾ, ਕਰਾਵੇਗਾ ਮੇਰੇ ਕੋਲੋਂ ਬਲ ਬਖਸ਼ ਕੇ। ਦੋਹਰਾ ਚਿੰਤਤ ਪਇਓ ਬਿਸਾਲ ਜਬ। ਹੁਤੇ ਜੋ ਨਾਸਨ ਸ਼ੇਕ। ਕਹਿੰਦੇ ਜਦੋਂ ਬ੍ਰਹਮਾ ਚਿੰਤਾ ਦੇ ਵਿੱਚ ਬੈਠਿਆ,
ਬੈਠਿਆ ਬੰਦਾ ਕੀ ਕਰਦਾ ਹੈ? ਧਰਤੀ ਤੇ ਲਕੀਰਾਂ ਮਾਰੇਗਾ, ਕੰਨਾਂ 'ਚ ਉਂਗਲੀ ਮਾਰੇਗਾ, ਜਾਂ ਫਿਰ ਨਾਸਾਂ 'ਚ ਉਂਗਲੀ ਮਾਰੀ ਜਾਏਗਾ, ਹੋਰ ਕਰੇਗਾ। ਚਿੰਤਾ ਦੇ ਵਿੱਚ ਸੀ, ਚਾਨਣਾ ਤਾਂ ਕੋਈ ਦਿਖਾਈ ਨਹੀਂ ਸੀ ਦਿੰਦਾ। ਆਨੇ ਬੈਠਿਆਂ ਬੈਠਿਆਂ ਆਪਣੀਆਂ ਨਾਸਾਂ 'ਚ ਉਂਗਲਾਂ ਲੱਗ ਗਿਆ ਮਾਰਨ। ਤਿਨ ਤੇ ਪ੍ਰਗਟ ਬਰਾਪੇ ਜੇ ਜਗ ਧਰਨੀ ਟੇਕ। ਕਹਿੰਦੇ ਫਿਰ ਉਹ ਤੋਂ ਬਰਾਹ ਪੈਦਾ ਹੋਇਆ, ਜਿਹਨੇ ਫਿਰ ਧਰਤੀ ਲਿਆ ਕੇ ਬ੍ਰਹਮੇ ਨੂੰ ਦਿੱਤੀ। ਆਰੇ ਲਾਇਆ ਏਸਨੋ ਜੋ ਪਈ ਨਿਕਸੇ ਪ੍ਰਿਥਮ ਅਗੁਸ਼ਟ ਸਮਾਨ। ਪਹਿਲੇ ਤੇ ਆਕਾਰ ਜਿਹੜਾ ਸੀ ਉਹਨਾਂ ਦਾ ਅੰਗੂਠੇ ਜਿੰਨਾ, ਚੜ ਆਕਾਸ਼ ਮੈਂ ਬਦੇ ਮਹਾਨ। ਪਰ ਜਦੋਂ ਆਕਾਸ਼ ਵੱਲ ਨੂੰ ਗਏ ਆਕਾਰ ਵੱਧਦੇ ਗਏ। ਚਰਜ ਪਏ ਦੇਖ ਸੁਰ ਸਾਰੇ। ਸਾਰੇ ਦੇਵਤੇ ਵੇਖ ਕੇ ਹੈਰਾਨ ਹੁੰਦੇ ਹਨ। ਲਖ ਹਰ ਜੈ ਜੈ ਸ਼ਬਦ ਉਚਾਰੇ। ਪਰ ਕਹਿੰਦੇ ਵੀ ਇਹ ਵੀ ਪ੍ਰਮਾਤਮਾ ਦੀ ਕੋਈ ਖੇਡ ਹੈ, ਉਹਦੀ ਜੈ ਜੈਕਾਰ ਕਰਦੇ ਵਾਹਿਗੁਰੂ ਪਰਮੇਸ਼ਰ ਦੇ। ਘੁਰ ਘੁਰ ਮੁਖ ਤੇ ਕਰ ਤੇ ਕਾਲਾ। ਜੋ ਘੁਰ ਘੁਰ ਕਰਦੇ ਹਨ ਆਪਣੇ ਮੂੰਹੋਂ, ਸੂੰਗਤ ਸ਼ੂਕਰ ਸਰਸ ਕਿਰਪਾਲਾ। ਐ ਸੁੰਘਦੇ ਹਨ ਜਿਵੇਂ ਸੂਰ ਨੱਕ ਦੇ ਨਾਲ ਸੁੰਘਦੇ ਨੇ। ਉਜਲ ਰਦਨ ਚੰਦਰਮਾ ਨੇ ਆਈ। ਉਹਨਾਂ ਦੇ ਦੰਦ ਦਿਖਾਈ ਦਿੰਦੇ ਆ, ਬਿਲਕੁਲ ਚੰਦਰਮਾ ਦੀ ਨਿਆਈ ਹਨ। ਊਸ਼ ਬਾਲ ਵਡ ਊਚੇ ਉਠਾਈ। ਫਿਰ ਅਗਲਾ ਹਿੱਸਾ ਮੋਢੇ, ਜਿਵੇਂ ਆਪਾਂ ਮਨੁੱਖ ਦੇ ਕਹਿ ਦਿੰਦੇ, ਉਹਨਾਂ ਦੀ ਬੜੀ ਬੜੀ ਜੱਤ ਹੈ। ਪੂੰਛ ਨੂੰ ਹਿਲਾਉਂਦੇ ਹਨ। ਰੋਮ ਸਕੰਦ ਕਠਨ ਚਵਰਾਏ। ਬੜੇ ਸਖਤ ਹਨ ਰੋਮ। ਮੇਘ ਖੁਰਨ ਸੋ ਸਭ ਬਿਲ ਗਾਏ। ਕਹਿੰਦੇ ਉਹਨਾਂ ਨੇ ਆਪਣੇ ਖੁਰਾਂ ਦੇ ਨਾਲ ਆਕਾਸ਼ ਦੇ ਵਿੱਚ ਥਾਂ ਬਣਾਤੀ, ਆਕਾਸ਼ ਦੇ ਵਿੱਚ ਬੱਦਲ ਇੱਧਰ ਉੱਧਰ ਕਰ ਦਿੱਤੇ। ਦੇਖਤ ਸਰਬ ਦੇਵ ਤਨ ਤਬ ਹੀ। ਕਾਹਦੇ ਵਾਸਤੇ? ਵੀ ਸਾਰੇ ਦੇਵਤੇ ਜਿਹੜੇ ਨੇ ਉਹ ਦੇਖ ਸਕਣ। ਸ੍ਰੀ ਬ੍ਰਹਾ ਪ੍ਰਵੇਸ਼ ਜਲ ਜਬ ਹੀ। ਜਦੋਂ ਫਿਰ ਬਰਾ ਪਾਣੀ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਅਹਰਨ ਸਮਝੇ ਅਹੰਗ ਕਠੋਰਾ। ਜਿਵੇਂ ਐਰਨ ਹੋਇਆ ਕਰਦੀ ਹੈ ਲੋਹਾ, ਇਸ ਤਰ੍ਹਾਂ ਉਹਦੇ ਅੰਦਰ ਦੇ ਅਗਲੇ ਖੁਰ ਹਨ। ਮਨੋ ਜਲਦ ਕੀ ਕੁਆਖਿਆਨ ਫੋਰਾ। ਮਾਨੋ ਕਿਤੇ ਉਹਨੇ ਛਾਤੀ ਫੋੜ ਦਿੱਤੀ ਹੋਵੇ ਅਗਰ ਸਮੁੰਦਰ ਦੀ। ਸਰਬ ਵਾਰ ਕੋ ਦੀਨ ਬਿਦਾਰੀ। ਸਾਰਾ ਪਾਣੀ ਇੱਕ ਪਾਸੇ ਉਧਰੋਂ ਇੱਧਰ ਕਰ ਦਿੱਤਾ, ਜਗ੍ਹਾ ਬਣਾਈ। ਗਏ ਰਸਾਤਲ ਥਾਨ ਮਜਾਰੀ। ਚਲੇ ਗਏ ਪਤਾਲ ਦੇ ਵਿੱਚ, ਪੂਰਬ ਜੈ ਸੋਵਨ ਕੀ ਥਾਈ। ਜਿੱਥੇ ਪਹਿਲਾਂ ਥਾਂ ਸੀ ਤਹਿ ਤੇ ਧਰਨੀ ਲੀਨ ਉਠਾਈ। ਉਥੋਂ ਫਿਰ ਧਰਤੀ ਜਿਹੜੀ ਹੈ ਨਾ ਉਹ ਚੁੱਕ ਲਈ। ਗਵਨੇ ਤਬ ਦੰਤਨ ਪਰ ਧਾਰੀ। ਆਪਣੇ ਦੰਦਾਂ ਤੇ ਚੁੱਕ ਕੇ ਜਦੋਂ ਧਰਤੀ ਨੂੰ ਲਿਆ ਰਹੇ ਹਨ, ਸ਼੍ਰੀ ਬਲਵੰਤ ਲਸੇ ਜਬ ਭਾਰੀ। ਉਸ ਵਕਤ ਸੋਹਣੇ ਲੱਗ ਰਹੇ ਨੇ ਕੰਮ ਕਰਦੇ ਹੋਏ। ਤੇ ਹਰੁਨਾਸ਼ ਬਰਨ ਕੋ ਪ੍ਰੇਰਾ। ਉਧਰ ਜਿਹੜਾ ਦੇਵਤਾ ਸੀ ਵਾਰਣ, ਉਹਨੇ ਹਰਨਾਕਸ਼ ਨੂੰ ਕਿਹਾ ਹੋਇਆ ਸੀ, ਹਰਨ ਕਾਸ਼ਯਪ ਨੂੰ, ਵੀ ਮੈਂ ਤਾਂ ਨਹੀਂ ਤੇਰੇ ਨਾਲ ਲੜ ਸਕਦਾ, ਤੇਰੇ ਨਾਲ ਲੜਨ ਵਾਲਾ ਤੇ ਉਹ ਵਿਸ਼ਨੂੰ ਹੀ ਹੈ। ਉਹਨੇ ਕਹਿਤਾ ਵੀ ਕਿੱਥੇ ਆ? ਉਹ ਕਹਿੰਦਾ ਵੀ ਹੁਣ ਗਿਆ ਹੋਇਆ ਉਧਰ, ਧਰਤੀ ਲੈਣ ਗਿਆ ਹੋਇਆ। ਵਰਣ ਨੇ ਪ੍ਰੇਰਣਾ ਦਿੱਤੀ ਹੋਈ ਸੀ। ਮਿਲਿਓ ਪੰਥ ਮਹਿ ਗਰਭ ਕਨੇਰਾ। ਉਹਨੂੰ ਬੜਾ ਹੰਕਾਰ ਸੀ, ਮੈਂ ਵੇਖਣਾ, ਤੇ ਰਾਸਤੇ ਦੇ ਵਿੱਚ ਮਿਲਾਪ ਹੋ ਗਿਆ। ਅਗਰ ਦੰਤ ਧਰਨੀ ਤਰ ਆਵਤ। ਦੇਖਿਆ ਅੱਗੇ ਵੀ ਦੰਦਾਂ ਤੇ ਧਰਤੀ ਰੱਖੀ ਹੋਈ ਹੈ ਤੇ ਆ ਰਿਹਾ ਬਰਾ। ਬਲੀ ਦੁਰਦ ਜਿਉ ਸ਼ੋਭ ਬੜਾਵਤ। ਐ ਜਿਵੇਂ ਬਹੁਤ ਵੱਡਾ ਹਾਥੀ ਹੁੰਦਾ ਹੈ ਤੇ ਉਹਦੇ ਹਾਥੀ ਦੇ ਦੰਦ ਬਾਹਰ ਦਿਖਾਈ ਦਿੰਦੇ ਹੋਣ, ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ। ਦੇਖ ਦੈਂਤ ਕੇ ਸ਼ਰੋਣਤ ਨੈਣਾ। ਤੇ ਉਧਰੋਂ ਰਾਖਸ਼ ਟੱਕਰ ਗਿਆ ਮੂਹਰੇ, ਤੇ ਉਹਨੂੰ ਵੇਖ ਕੇ ਅੱਖਾਂ ਲਾਲ ਹੋ ਗਈਆਂ। ਮੁਖ ਤੇ ਬਹੁ ਬੋਲਤ ਦੁਰਬੈਨਾ। ਰਾਖਸ਼ ਨੇ ਤਾਂ ਹੁਣ ਗਾਲਾਂ ਹੀ ਕੱਢਣੀਆਂ ਸਨ,
ਵੇਖ ਕੇ ਲੱਗ ਗਿਆ ਗਾਲਾਂ ਕੱਢਣ। ਮੇਰ ਸਾਤਲ ਬਿਦ ਦੇ ਸਾਰੋ। ਕਹਿੰਦੇ ਵੀ ਆਹ ਕੀ ਕੀਤਾ ਤੂੰ, ਇਹ ਠੀਕ ਨਹੀਂ ਕੀਤਾ। ਮੈਂ ਭਗਤੀ ਕੀਤੀ ਹੋਈ ਹੈ, ਮੈਨੂੰ ਪਤਾਲ ਦਾ ਰਾਜ ਮਿਲਿਆ ਹੋਇਆ ਹੈ, ਤੇ ਜੇ ਧਰਤੀ ਉੱਪਰ ਆ ਗਈ ਤੇ ਮੈਂ ਰਾਜ ਕਿਵੇਂ ਕਰਾਂਗਾ ਪਤਾਲ ਦੇ ਵਿੱਚ? ਇਹ ਤੇ ਠੀਕ ਨਹੀਂ ਕੀਤਾ ਤੂੰ। ਇਹ ਕਿੱਥੇ ਲੈ ਕੇ ਚੱਲਿਆ ਧਰਤੀ ਨੂੰ? ਇਹ ਇੱਥੇ ਮੇਰਾ ਰਾਜ ਹੈ, ਇਹ ਨਹੀਂ ਕਿਤੇ ਲਿਜਾ ਸਕਦਾ ਤੂੰ। ਰਾਜ ਚਿਤ ਕੋ ਨਤ ਅਬ ਤੁਝ ਮਾਰੋ। ਇਸ ਲਈ ਛੱਡ ਦੇ, ਨਹੀਂ ਤੇ ਫਿਰ ਮੈਂ ਤੈਨੂੰ ਮਾਰਾਂਗਾ। ਹਸ ਕੇ ਲੈ ਕਰ ਗਦਾ ਚਲਾਈ। ਇਹ ਕਹਿ ਕੇ ਉਹਨੇ ਗਦਾ ਦਾ ਵਾਰ ਵਰਾ ਤੇ ਕਰ ਦਿੱਤਾ। ਮਨ ਕਰ ਗਦਾ ਜੋ ਧਰਨ ਗਿਰਾਈ। ਉਹਨੇ ਨਾਲ ਦੀ ਨਾਲ ਗਦਾ ਜਿਹੜੀ ਹੈ ਰੋਕੀ ਤੇ ਥੱਲੇ ਸੁੱਟ ਦਿੱਤੇ। ਤਬ ਮੈਂ ਠਾਡੇ ਦੇਵ ਬਿਲੋਕਤ। ਸਾਰੇ ਦੇਵੀ ਦੇਵਤੇ ਦੇਖ ਰਹੇ ਹੈ। ਹਾਹਾਕਾਰ ਕਰਤ ਮਤ ਸ਼ੋਕਤ। ਹਾਹਾਕਾਰ ਮਚੀ ਹੋਈ ਹੈ। ਭਾਈ ਇੰਨਾ ਬਲਦੀ ਹੈ ਇਹ, ਇਹਦੇ ਨਾਲ ਯੁੱਧ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਕਿਵੇਂ ਕੀ ਬਣਦਾ ਹੈ ਹੁਣ? ਦੇਸ਼ ਨ ਦੇਖ ਨਿਰਾ ਜੁਦ ਹਰ ਕੋ। ਦੇਖਦੇ ਹਨ ਫਿਰ ਆਪਣੇ ਬਰਾ ਨੂੰ। ਕਰਿਓ ਨ ਦੈਤ ਵਾਰ ਨਿਜ ਘਰ ਕੋ। ਤੇ ਹੁਣ ਗਦਾ ਤੋਂ ਉਹਨੇ ਇੱਕ ਵਾਰੀ ਮਾਰੀ, ਗਦਾ ਸੁੱਟਤੀ, ਹੁਣ ਹਥਿਆਰ ਦੋਵਾਂ ਕੋਲ ਨਹੀਂ ਹੈ। ਹਰਣਕਸ਼ਿਪ ਕਹਿੰਦੇ ਵੀ ਵਾਰ ਕਰਨਾ ਠੀਕ ਨਹੀਂ, ਧਰਮ ਯੁੱਧ ਦੀ ਨੀਤੀ ਨਹੀਂ ਹੈ। ਜਦੋਂ ਉਹਦੇ ਕੋਲ ਨਹੀਂ, ਮੈਂ ਕਿਉਂ ਵਾਰ ਕਰਾਂ? ਖੜਿਆ ਵੇਖਣ ਲੱਗਿਆ। ਧਰਮ ਯੁੱਧ ਕੋ ਹਿਰਦੇ ਵਿਚਾਰੀ। ਧਰਮ ਯੁੱਧ ਦਾ ਨਿਯਮ ਹੈ, ਉਹਦੀ ਵਿਚਾਰ ਕਰੀ। ਰਹਿਓ ਠਾੜ ਤੇ ਥਾਨ ਅਗਾਰੀ। ਅੱਗੇ ਖੜਿਆ ਰਿਹਾ ਸਾਹਮਣੇ ਬਰਾ ਦੇ। ਮੇਰੀ ਬਰਾ ਤਬ ਚੱਕਰ ਬੁਲਾਵਾ। ਫਿਰ ਬਰਾ ਨੇ ਆਪਣਾ ਜਿਹੜਾ ਸੁਦਰਸ਼ਨ ਚੱਕਰ ਹੈ ਉਹ ਬੁਲਾਇਆ, ਮੰਗਵਾਇਆ। ਕੋਟ ਸੂਰ ਮਮ ਤਤ ਸ਼ਿਨ ਆਵਾ। ਕਰੋੜਾਂ ਸੂਰਜਾਂ ਜਿੰਨਾ ਜਿਹਦਾ ਤੇਜ ਪ੍ਰਤਾਪ ਹੈ ਘੁੰਮਦਾ ਹੋਇਆ ਨਾਲ ਦੀ ਨਾਲ ਆ ਗਿਆ। ਸੁਰ ਬਲੀ ਦੇਖਿਓ ਜਿਹ ਕਾਲਾ। ਇਸ ਵਕਤ ਸਾਹਮਣੇ ਰਾਖਸ਼ ਨੂੰ ਵੇਖਿਆ। ਵੈ ਸਮੀਪ ਕੀਏ ਜੁਦ ਬਿਸਾਲਾ। ਬਸ ਉਹਦੇ ਕੋਲ ਹੋ ਕੇ ਜਾ ਕੇ ਆਪਣਾ ਵਾਰ ਕਰਨਾ ਸ਼ੁਰੂ ਕਰ ਦਿੱਤਾ। ਹਰ ਕੀ ਦਿਸ਼ ਪੁਣ ਗਦਾ ਚਲਾਈ। ਫੇਰ ਇਹਨੇ ਦੇਖਿਆ ਵੀ ਹੁਣ ਇਹਦੇ ਕੋਲ ਸ਼ਸਤਰ ਹੈਗਾ, ਉਹਨੇ ਫੇਰ ਆਪਣੀ ਗਦਾ ਚਲਾਈ। ਇਹ ਕਰੋਦ ਪਲ ਸਰਬ ਲਗਾਈ। ਪੂਰੇ ਜ਼ੋਰ ਦੇ ਨਾਲ ਮਾਰਨਾ ਕੀਤੀ। ਆਵਤ ਗਹੀ ਤਬੈ ਜਗਤੇਸ਼ਾ। ਤੇ ਬਰਾ ਨੇ ਫੇਰ ਆਉਂਦੀ ਹੋਈ ਬਰਾ ਨੇ ਪਕੜ ਲਈ ਗਦਾ। ਜੋ ਸਰਪਣ ਕੋ ਕਹਿਤ ਖਖੇਸ਼ਾ। ਜਿਵੇਂ ਕਹਿੰਦੇ ਸੱਪ ਨੂੰ ਫੜ ਲੈਂਦਾ ਹੈ ਗਰੜ ਪੰਛੀ। ਖਤਰਨਾਕ ਤੇ ਬਹੁਤ ਹੈ ਸੱਪ, ਪਰ ਗਰੜ ਦੇ ਲਈ ਨਹੀਂ ਹੈ। ਗਰੜ ਨੂੰ ਫੜ ਲੈਂਦੇ, ਮਾਰ ਦਿੰਦੇ। ਸੋ ਇਸ ਤਰ੍ਹਾਂ ਇਹਨੇ ਵਾਰ ਕੀਤਾ ਤੇ ਬਰਾ ਨੇ ਰੋਕ ਲਿਆ, ਫੜ ਲਿਆ। ਨੇ ਪਲ ਕਹਤ ਲਖਦੈ ਤਨ ਰਾਇਆ। ਇਸ ਤਰ੍ਹਾਂ ਰਾਖਸ਼ਾਂ ਦੇ ਰਾਜੇ ਨੇ ਕਿਹਾ ਵੀ ਮੇਰਾ ਵਾਰ ਨੇਫਲ ਗਿਆ। ਰਚੀ ਬਿਸਾਲ ਅਸੁਰੀ ਮਾਇਆ। ਫਿਰ ਉਹਨੇ ਆਪਣੀ ਅਸੂਰੀ ਮਾਇਆ ਰਚੀ। ਅਸੂਰੀ ਮਾਇਆ ਗੁਪਤ ਰੂਪ ਦੇ ਵਿੱਚ ਰਾਖਸ਼ ਕੰਮ ਕਰਦੇ ਹਨ। ਪੌਣ ਪ੍ਰਚੰਡ ਬਰਖ ਰਜਸ਼ਾਈ। ਉਹਦੇ ਨਾਲ ਕੀ ਹੁੰਦਾ ਹੈ ਵੀ ਪਹਿਲਾਂ ਤੇਜ਼ ਹਨੇਰੀ ਚੱਲੇਗੀ, ਫਿਰ ਗੜੇ ਪੈਣਗੇ, ਸੰਗਣ ਕਨ ਤੜਤਾ ਚਮਕਾਈ। ਫਿਰ ਬਿਜਲੀਆਂ ਲਿਸ਼ਕਦੀਆਂ ਹਨ, ਬੱਦਲ ਗਰਜਦੇ ਹਨ, ਆਸਤ ਰੁਦਰ ਪਹੁ ਕਚ ਮਲ ਮੂਤਾ। ਫਿਰ ਹੱਡੀਆਂ, ਖੂਨ, ਆਪਣਾ ਖੁਪਾਕ, ਇਹੋ ਜੀਆਂ ਗੰਦਗੀ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਬਰਕਤ ਪ੍ਰਗਟੇ ਦਾਨਵ ਭੂਤਾ। ਫਿਰ ਉਸ ਤੋਂ ਬਾਅਦ ਇਹਦੇ ਜਿਹੜੇ ਰਾਖਸ਼ ਹੈ ਨਾ ਉਹ ਸਾਹਮਣੇ ਆ ਜਾਂਦੀ ਹੈ। ਤਰ ਤਰ ਮਾਰੈ ਮਾਰ ਪੁਕਾਰੈ। ਮਾਰ ਲੋ ਦਾ ਰੌਲਾ ਪਾਉਂਦੇ ਹਨ। ਬਿੰਦ ਬਿੰਦ ਬਹੁਕਾਤ ਪ੍ਰਹਾਰੈ। ਬੜੇ ਬਲ ਛਲ ਦੇ ਨਾਲ ਉਹਨਾਂ ਨੇ ਬਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਅਸ ਪ੍ਰਕਾਰ ਕੀ ਪਿਖ ਕਰ ਮਾਇਆ। ਇਹ ਜਦੋਂ ਮਾਇਆ ਵੇਖੀ ਆਸੁਰੀ, ਮੇਰੀ ਬ੍ਰਹਾ ਚੱਕਰ ਚਮਕਾਇਆ। ਫਿਰ ਬਰਾ ਨੇ ਆਪਣਾ ਸੁਦਰਸ਼ਨ ਚੱਕਰ
ਚਮਕਾਉਣਾ ਕੀਤਾ। ਕਰੀ ਦੂਰ ਤਤ ਛਿਨ ਮੈਂ ਸੋ ਸਾਰੀ ਸੈਨਾ ਇੱਕ ਛਿਨ ਦੇ ਵਿੱਚ ਪਿੱਛੇ ਹਟਾ ਦਿੱਤੀ। ਕਰਨ ਲਗੇ ਰਣ ਕਰ ਜਤ ਦੋ ਫਿਰ ਦੋਵੇਂ ਆਪਸ ਦੇ ਵਿੱਚ ਯੁੱਧ ਕਰਨ ਲੱਗੇ। ਕਰੈ ਪ੍ਰਹਾਰ ਗਦਾ ਸਰਬੰਗਾ ਤੇ ਇਹ ਹਰਨ ਕਸ਼ਯਪ ਆਪਣਾ ਵਾਰ ਕਰਦਾ ਹੈ ਗਦਾ ਦੇ ਨਾਲ। ਅਰੁਣ ਸਰੀਰ ਰੁਦਰ ਕੇ ਸੰਗਾ ਤੇ ਗਦਾ ਦੇ ਨਾਲ ਜਦੋਂ ਮਾਰਦਾ ਹੈ, ਸੱਟਾਂ ਤੇ ਲੱਗਦੀਆਂ ਨੇ ਤੇ ਜਿੱਥੇ ਲੱਗਦੀਆਂ ਖੂਨ ਨਿਕਲਦਾ ਭਾਈ, ਸਰੀਰ ਲਾਲ ਹੋ ਜਾਂਦਾ ਹੈ। ਬਹੁਰ ਲਰੈ ਕਰ ਮੁਸਟਨ ਮਾਰੀ ਉਸ ਤੋਂ ਬਾਅਦ ਫਿਰ ਗਦਾ ਵੀ ਰਹਿ ਗਈ। ਫਿਰ ਘਸੁੰਨ ਮੌਕਿਆਂ ਤੇ ਗੱਲ ਆ ਗਈ। ਬੱਜਰ ਸਮਾਨ ਨਾਦ ਵੈ ਭਾਰੀ ਜਦੋਂ ਕਹਿੰਦੇ ਘਸੁੰਨ ਵੱਜਦੇ ਇੱਕ ਦੂਸਰੇ ਦੇ ਐ ਆਵਾਜ਼ ਆਉਂਦੀ ਜਿਵੇਂ ਬੱਦਲ ਗਰਜਦੇ ਹੋਣ। ਅਧਿਕ ਕ੍ਰੋਧ ਕਰ ਸ਼੍ਰੀ ਭਗਵੰਤਾ ਬੜੀ ਖੇਡ ਖੜਾ ਕੇ ਫਿਰ ਬਰਾ ਨੇ ਸਿਰ ਮੈਂ ਮੁਸਟਿਕ ਹਨੀ ਤੁਰੰਤਾ ਇੱਕੋ ਹੀ ਮੁੱਕਾ ਜਿਹੜਾ ਉਹ ਹਰਨ ਕਸ਼ਯਪ ਦੇ ਸਿਰ ਦੇ ਵਿੱਚ ਮਾਰਿਆ। ਆਏ ਪੁਵਾਰ ਗਿਰਿਓ ਤਬ ਐਸੇ ਉਸੇ ਬਾਤ ਪੁਹਾਟਣੀ ਖਾ ਕੇ ਇਸ ਤਰ੍ਹਾਂ ਡਿੱਗਦਾ ਧਰਤੀ ਤੇ ਪੌਣ ਬੇਗ ਤੇ ਤਰ ਤਰ ਜੈਸੇ ਜਿਵੇਂ ਬਹੁਤ ਹੀ ਤੇਜ਼ ਹਵਾ ਚੱਲਣ ਦੇ ਨਾਲ ਪੁਰਾਣਾ ਦਰਖਤ ਡਿੱਗਦਾ ਹੁੰਦਾ ਹੈ। ਜਯੋ ਬ੍ਰਿਤ ਕੋ ਪਰਹੂਤ ਗਿਰਾਵਾ ਇਸ ਤਰੀਕੇ ਦੇ ਨਾਲ ਸੁੱਟਿਆ ਜਿਵੇਂ ਇੰਦਰ ਨੇ ਇੱਕ ਰਾਖਸ਼ ਨੂੰ ਮਾਰ ਕੇ ਸੁੱਟਿਆ ਸੀ। ਜਯੋ ਪਰ ਸਿਰ ਕੇ ਕੱਚ ਬਿਥਰਾਵਾ ਸਾਰੇ ਵਾਲ ਖਿੰਡੇ ਹੋਏ ਹਨ ਸਿਰ ਦੇ। ਸ਼੍ਰੀ ਪ੍ਰਭ ਕਰਤੇ ਮ੍ਰਿਤੂ ਨ ਹਰਕੈ ਇਸ ਤਰੀਕੇ ਦੇ ਨਾਲ ਹਰਨ ਕਸ਼ਯਪ ਨੂੰ ਮਾਰਿਆ। ਕਹੈ ਧਨ ਸੁਰ ਬਚਨ ਉਚਰ ਕੇ ਇਹ ਸਾਰੇ ਦੇਵਤੇ ਧੰਨ ਧੰਨ ਕਹਿੰਦੇ, ਜੈ ਜੈਕਾਰ ਕਰਦੇ। ਜੈ 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 ਤੁਨ ਕਰ ਚਹੁ ਕਾਈ ਸਾਰੇ ਪਾਸੇ ਤੋਂ ਆਵਾਜ਼ਾਂ ਆ ਰਹੀਆਂ ਹਨ। ਹਰਖ ਪੁਸ਼ਪ ਬਰਖਾ ਬਰਖਾਈ ਫਿਰ ਫੁੱਲਾਂ ਦੀ ਵਰਖਾ ਹੁੰਦੀ ਹੈ ਖੁਸ਼ੀ ਦੇ ਵਿੱਚ। ਦੇ ਕੇ ਮਾਰ ਤਰੀ ਪੁਨ ਧਰਨੀ ਜਦੋਂ ਮਾਰ ਕੇ ਸੁੱਟਿਆ ਧਰਤੀ ਤੇ ਹਰਨ ਕਸ਼ਯਪ ਨੂੰ, ਕਰ ਬੰਧਨ ਸੁਰ ਉਸਤਤ ਬਰਨੀ ਦੇਵਤੇ ਉਸਤਤ ਕਰਦੇ ਹਨ। ਸ਼੍ਰੀ ਅੰਗਦ ਜੀ ਸੁਨ ਇਸ ਭਾਂਤੀ ਇਹ ਗੁਰੂ ਅੰਗਦ ਦੇਵ ਜੀ ਇਸ ਤਰੀਕੇ ਦੇ ਨਾਲ ਕਹੀ ਕਥਾ ਸ਼੍ਰੀ ਗੁਰੂ ਸਹਾਤੀ ਇਹ ਕਥਾ ਸੀ ਬਰਾ ਦੀ। ਇੱਥੋਂ ਫਿਰ ਹਰਨਾਕਸ਼ ਦੀ ਲੱਗਦੀ ਸੀ ਵਿਸ਼ਨੂੰ ਜੀ ਦੇ ਨਾਲ ਵੀ ਇਹਨੇ ਮੇਰੇ ਭਰਾ ਨੂੰ ਮਾਰਿਆ ਹਰਨ ਕਸ਼ਯਪ ਨੂੰ। ਕਿਉਂ ਮਾਰਿਆ? ਵੀ ਉਹ ਧਰਤੀ ਚੋਰੀ ਕਰਕੇ ਲੈ ਗਿਆ ਤੇ ਬ੍ਰਹਮਾ ਦੀ ਰੱਖਿਆ ਵਾਸਤੇ ਧਰਤੀ ਲਿਆ ਕੇ ਦਿੱਤੀ। ਇਹ ਸੀ ਕਥਾ ਬਰਾ ਦੀ ਪੁਰਾਣਾਂ ਦੇ ਵਿੱਚ ਲਿਖੀ ਹੋਈ। ਮਰਦਾਨਾ ਸੁਨ ਕਰ ਹਰ ਖਾਨਾ ਭਾਈ ਮਰਦਾਨਾ ਜੀ ਨਾਲ ਖੁਸ਼ ਹਨ ਸੁਣ ਕੇ। ਹੁਣ ਆਗੇ ਕੋ ਕੀਨ ਪਹਿਨਾ ਉਸ ਤੋਂ ਬਾਅਦ ਫਿਰ ਅੱਗੇ ਚੱਲ ਪੈਂਦੇ ਹਨ। ਦੋਹਰਾ ਅਲਖ ਅਪੇਖ ਅਨੰਤ ਪ੍ਰਭ ਜੇ ਕਤ ਲਖੀ ਨਹਿ ਜਾਏ ਪਰਮਾਤਮਾ ਲੱਖ ਹੈ, ਅਭੇਖ ਹੈ, ਅਨੰਤ ਅਨੰਤ ਹੈ। ਉਹਦੇ ਬਾਰੇ ਕੁਝ ਵੀ ਨਹੀਂ ਜਾਣਿਆ ਜਾ ਸਕਦਾ। ਬੰਧਨ ਪਦ ਅਰਬਿੰਦ ਤੇ ਡਾਡਾ ਬੇਪਰਵਾਹੇ ਫਿਰ ਭਾਈ ਐਸਾ ਪਰਮਾਤਮਾ ਜਿਹੜਾ ਡੱਢ ਹੈ, ਬੇਪਰਵਾਹ ਹੈ, ਉਹਦੇ ਚਰਨਾਂ ਤੇ ਫਿਰ ਨਮਸਕਾਰ ਕਰਨੀ ਹੀ ਬਣਦੀ ਹੈ। ਆਓ ਐਸੇ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਤੇ ਕਰੀਏ ਨਮਸਕਾਰ। ਜੋ ਪਾਈ ਸ਼੍ਰੀ ਅੰਗਦ ਜੀ ਸੁਨ ਇਤਿਹਾਸੂ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਗੇ ਸੁਣਨਾ ਕਰੋ। ਅਗਰ ਗਮਨੇ ਪੁਨ ਸੁਖ ਰਾਸੂ ਸੁੱਖਾਂ ਦੇ ਰਾਸ ਗੁਰੂ ਨਾਨਕ ਸਾਹਿਬ ਜੀ ਅੱਗੇ ਚੱਲਦੇ ਹਨ। ਤਾਰੇ ਤਰੈ ਸ਼ੋਰ ਕਰ ਸਭ ਹੀ ਤਾਰੇ ਸਾਰੇ ਥੱਲੇ ਛੱਡ ਕੇ ਉਰਦ ਪਹੁੰਚੇ ਸ਼੍ਰੀ ਗੁਰ ਜਬ ਹੀ ਸਤਿਗੁਰੂ ਜੀ ਅੱਗੇ ਉੱਪਰ ਚਲੇ ਜਾਂਦੇ ਹਨ। ਮਰਦਾਨੇ ਤਬ ਬੂਝਨ ਕੀਨੇ ਭਾਈ ਮਰਦਾਨਾ ਜੀ ਪੁੱਛਦੇ ਨੇ ਮੁਝੇ ਬਤਾਬ ਹੋ
ਪ੍ਰਭੂ ਪ੍ਰਬੀਨੇ। ਇਹ ਸਤਿਗੁਰੂ ਜੀ ਮੈਨੂੰ ਦੱਸਣਾ ਕਰੋ, ਉਡਗਣ ਇਹਾ ਨਦੀ ਸਤ ਕੋ। ਤਾਰਾ ਨਹੀਂ ਕੋਈ ਨਜ਼ਰ ਆ ਰਿਹਾ ਇੱਥੇ, ਹਮ ਕੇ ਦਿਸ਼ ਤਜ ਆਏ ਸੋ। ਆਪਾਂ ਕਿਹੜੀ ਦਿਸ਼ਾ ਚ ਆ ਗਏ ਤਾਰਿਆਂ ਨੂੰ ਛੱਡ ਕੇ? ਆਕੋ ਇਹਾ ਪ੍ਰਕਾਸ਼ ਪ੍ਰਕਾਸ਼ਾ। ਇਹ ਪ੍ਰਕਾਸ਼ ਕਾਹਦਾ ਹੋ ਰਿਹਾ ਇੱਥੇ? ਅਤ ਉਜਲ ਸੁੰਦਰ ਸੁਖ ਰਾਸਾ। ਬੜਾ ਸੁੰਦਰ ਹੈ, ਸੁਖ ਦੇਣ ਵਾਲਾ ਚਾਨਣ ਹੈ, ਠੰਡਕ ਹੈ ਜਿਹਦੇ ਵਿੱਚ। ਸੁਣ ਸ਼੍ਰੀ ਨਾਨਕ ਬਚਨ ਉਚਾਰੇ। ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਹਮ ਤੇ ਤਰੇ ਰਹੇ ਅਬ ਤਾਰੇ। ਸਤਿਗੁਰੂ ਜੀ ਕਹਿੰਦੇ ਹੁਣ ਤਾਰੇ ਥੱਲੇ ਰਹਿ ਗਏ ਹਨ, ਨੀਚੇ ਕਰ ਮੁਖ ਲਿਹੋ ਨਿਹਾਰੀ। ਦੇਖਣਾ ਕਰੋ ਉੱਪਰ ਨੂੰ। ਰਹੇ ਪ੍ਰਕਾਸ਼ ਥਾਨ ਨਿਚ ਝਾਰੀ। ਉਹ ਆਪਣੀ ਆਪਣੀ ਥਾਂ ਤੇ ਪ੍ਰਕਾਸ਼ ਕਰ ਰਹੇ ਹਨ। ਹਮ ਤੇ ਉਰਦ ਏਕ ਲਖੀਜੈ। ਹੁਣ ਇਹਨਾਂ ਤੋਂ ਉੱਪਰ ਇੱਕ ਤਾਰਾ ਬਾਕੀ ਹੈ, ਨਾਮ ਧਰੂ ਜਹ ਪ੍ਰਗਟ ਸੁਨ ਬਨੀਜੈ। ਜਿਹਦਾ ਨਾਮ ਧਰੂ ਕਰਕੇ ਜਾਣਿਆ ਜਾਂਦਾ ਹੈ। ਤਾਂ ਕੋ ਇਹ ਪ੍ਰਕਾਸ਼ ਕਨੇਰੋ। ਉਸੇ ਤਾਰੇ ਦਾ ਇਹ ਪ੍ਰਕਾਸ਼ ਹੋ ਰਿਹਾ ਹੈ। ਲਗੂ ਬਹਿ ਤਪ ਜਿਨ ਕੀ ਨ ਬਡੇਰੋ। ਇਹ ਤਾਰੇ ਦਾ ਨਾਮ ਜੁੜਿਆ ਹੈ ਉਸ ਬੱਚੇ ਦੇ ਨਾਲ ਜਿਹਨੇ ਛੋਟੀ ਉਮਰ ਦੇ ਵਿੱਚ ਨਾਮ ਜਪਿਆ। ਸਭ ਤੇ ਊਚੋ ਅਬ ਚਲ ਰਾਜੂ। ਤੇ ਸਭ ਤੋਂ ਉੱਪਰ ਉਹਦਾ ਅਵਚਲ ਰਾਜ ਹੈ। ਸੰਜੋਤ ਸ਼ੋਭਾ ਰਹਿਓ ਬਿਰਾਜੂ। ਸ਼ੋਭਾ ਦੇ ਸਹਿਤ ਬਿਰਾਜਮਾਨ ਹੋ ਰਿਹਾ। ਬੋਲਿਓ ਮਰਦਾਨਾ ਬੜ ਪਾਗੀ। ਭਾਈ ਮਰਦਾਨਾ ਜੀ ਸਤਿਗੁਰਾਂ ਜੀ ਨੂੰ ਕਹਿਣ ਲੱਗੇ, ਕਥਾ ਸੁਣਨ ਕੋ ਜੇ ਰੁਚ ਜਾਗੀ। ਇਹਨੇ ਪਾਛਾ ਮੇਰੀ ਇੱਛਾ ਹੈ, ਇਹ ਨਾਮ ਹੈਗਾ ਧਰੂ ਦਾ, ਮੇਰੀ ਇੱਛਾ ਜਾਗੀ ਹੈ ਵੀ ਉਹਦੇ ਬਾਰੇ ਵੀ ਕਥਾ ਸੁਣ ਲਈ ਜਾਵੇ। ਸ੍ਰੀ ਗੁਰ ਜੀ ਇਹ ਸਰਬ ਪ੍ਰਸੰਗਾ। ਸਤਿਗੁਰੂ ਜੀ ਆ ਜਿਹੜਾ ਸਾਰਾ ਪ੍ਰਸੰਗ ਹੈ, ਜਿਉ ਪਾਇਓ ਉਨ ਖਾਨ ਉਤੰਗਾ। ਜਿਸ ਤਰ੍ਹਾਂ ਉਹਨੇ ਉੱਚ ਪਦਵੀ ਪ੍ਰਾਪਤ ਕਰੀ, ਬੈ ਲਗੁ ਤਪ ਕਿਨੋ ਤੇ ਕੇ ਕਾਰਨ। ਕਿਸ ਤਰ੍ਹਾਂ ਤਪ ਕਰਨ ਵਾਸਤੇ ਗਿਆ ਉਹ। ਪ੍ਰਭੂ ਰਜਾਏ ਵਿਪਤ ਬੇਦਾਰਨ। ਪਰਮਾਤਮਾ ਨੂੰ ਪ੍ਰਸੰਨ ਕਰ ਲਿਆ ਤੇ ਪਰਮਾਤਮਾ ਨੇ ਉਹਦੀ ਵਿਪਤਾ ਨਾਸ ਕਰ ਦਿੱਤੇ। ਸੋ ਸਭ ਮੁਝ ਕੋ ਦੇਹੋ ਸੁਨਾਈ। ਉਹ ਆਪ ਜੀ ਕਿਰਪਾ ਕਰਕੇ ਸੁਣਾ ਦੇਣਾ ਕਰੋ। ਚਲੋ ਬਹੁਰ ਤੇ ਕਹਤੇ ਤਾਈ। ਫਿਰ ਉਹਦੇ ਦਰਸ਼ਨ ਕਰਾਂਗੇ, ਮਿਲਾਂਗੇ ਉਸ ਨੂੰ। ਅਸ ਪ੍ਰਕਾਰ ਕੇ ਸੁਣ ਕਰ ਬੈਨਾ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰਾਂ ਜੀ ਨੇ ਬੋਲੇ ਸ਼੍ਰੀ ਨਾਨਕ ਗੁਣ ਐਨਾ। ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਸਕਲ ਧਰੂ ਕੋ ਸੁਨੋ ਪ੍ਰਸੰਗਾ। ਇਹ ਜਿਹੜਾ ਧਰੂ ਭਗਤ ਹੈ ਉਹਦਾ ਸਾਰਾ ਪ੍ਰਸੰਗ ਸੁਣੋ। ਓ ਮਰਦਾਨੇ ਸੰਗ ਉਮੰਗਾ। ਚਾਹ ਦੇ ਨਾਲ ਉਤਸ਼ਾਹ ਦੇ ਨਾਲ। ਪੂਰਬ ਪਇਓ ਏਕ ਭੁਪਾਲਾ। ਪਹਿਲੇ ਇੱਕ ਰਾਜਾ ਹੋਇਆ ਹੈ, ਸ਼ੁੰਭਨ ਜਿਹੇ ਨਾਮ ਬਿਸਾਲਾ। ਜਿਹਦਾ ਨਾਮ ਸੀ ਸੰਭੂਮਾਨ। ਬੁੱਧੀ ਪਾਰ ਜਾਤੇ ਸਤਰੂਪਾ। ਉਹਦੀ ਘਰਵਾਲੀ ਦਾ ਨਾਮ ਸੀ ਸਤਰੂਪਾ। ਦਿਨ ਤੇ ਦਵੈ ਸੁਤ ਪਏ ਅਨੂਪਾ। ਉਹਦੇ ਤੋਂ ਸੰਭੂਮਾਨ ਦੇ ਘਰੇ 2 ਪੁੱਤਰ ਪੈਦਾ ਹੋਏ। ਪ੍ਰੇ ਬ੍ਰਤ ਏਕ ਬਿਦਤ ਜਗ ਮਾਹੀ। ਫਿਰਿਆ ਵਰਤ ਇੱਕ ਦਾ ਨਾਮ ਸੰਸਾਰ ਦੇ ਵਿੱਚ ਪ੍ਰਗਟ ਹੈ, ਜੇ ਰਥ ਪਹਿਨ ਉਦਤ ਖਟਾਈ। ਕਿਉਂਕਿ ਉਹ ਇਸ ਕਰਕੇ ਪ੍ਰਗਟ ਹੈ, ਕਹਿੰਦੇ ਵੀ ਉਹਦੇ ਰਥਾਂ ਦੇ ਨਾਲ, ਰਥਾਂ ਦੇ ਪਹੀਆਂ ਦੇ ਨਾਲ ਸਮੁੰਦਰ ਦੀ ਤਰ੍ਹਾਂ ਟੋਆ ਪੁੱਟ ਦਿੰਦਾ ਸੀ। ਏਡਾ ਬਲੀ ਹੋਇਆ ਫਿਰਿਆ ਵਰਤ ਰਾਜਾ। ਦੁਤੀਏ ਉਤਾਨ ਪਾਦ ਨਿਰਪਾਲਾ। ਦੂਸਰਾ ਰਾਜਾ ਸੀ ਉਤਾਨਪਾਦ, ਸੰਭੂਮਾਨ ਦਾ ਪੁੱਤਰ। ਤੂ ਕੋ ਕਰਹੀ ਰਾਜ ਬਿਸਾਲਾ। ਉਹਨੇ ਲੰਮਾ ਸਮਾਂ ਰਾਜ ਕੀਤਾ ਇਸ ਧਰਤੀ ਤੇ। ਏਕੈ ਸਦਨ ਹੁਤੀ ਜੁਗ ਨਾਰੀ। ਉਹਦੀਆਂ ਅੱਗੇ 2 ਸ਼ਾਦੀਆਂ ਸਨ। ਇੱਕ ਅਨੇਹ ਇੱਕ ਪ੍ਰਾਨਨ ਪਿਆਰੀ। ਇੱਕ ਦੇ ਨਾਲ ਤਾਂ ਬਹੁਤ ਜ਼ਿਆਦਾ ਸਨੇਹ ਕਰਦਾ ਸੀ ਤੇ ਇੱਕ ਨੂੰ ਮੰਨਦਾ ਹੀ ਨਹੀਂ ਸੀ ਵੀ ਇਹ ਵੀ ਮੇਰੀ ਘਰ ਵਾਲੀ ਹੈ। ਬਸੀ ਸਵਰੁਚ ਕੇ ਅਸ ਬੇਦ ਸੋ। ਉਹ ਆਪਣੀ ਸੁਰੀਚੀ ਦੇ
ਬਾਸ ਵਿੱਚ ਸੀ। ਮਨੋ ਮੋਲ ਕੇ ਲੀਨੋ ਕੋ। ਜਿਵੇਂ ਕਿਪੇ ਆਪਾਂ ਮੁੱਲ ਚੀਜ਼ ਖਰੀਦ ਲਈਏ, ਐ ਉਹਨੂੰ ਰਾਜੇ ਨੇ ਮੁੱਲ ਖਰੀਦਿਆ ਹੋਇਆ ਸੀ। ਸੁਤੀ ਸੁਨੀਤਾ ਸੈ ਨਹਿ ਨੇਹਾ। ਤੇ ਦੂਸਰੀ ਸੀ ਸੁਨੀਤੀ, ਉਹਦੇ ਨਾਲ ਰਾਜੇ ਦਾ ਕੋਈ ਸਨੇਹ ਨਹੀਂ ਸੀ ਹੈ। ਪੁਰਾ ਧਰੁਵ ਪ੍ਰਗਟਿਓ ਜਿਸ ਗ੍ਰੇਹਾ। ਉਸੇ ਦੀ ਕੁੱਖ ਤੋਂ ਧਰੂ ਦਾ ਜਨਮ ਹੋਇਆ। ਪੰਚ ਬਰਕ ਧਰੁਵ ਕੀ ਪੀ ਬੈਸਾ। 5 ਸਾਲ ਦਾ ਜਿਸ ਵਕਤ ਧਰੂ ਹੁੰਦਾ ਹੈ, ਇੱਕ ਦਿਨ ਗਇਓ ਤਾਤ ਜਹ ਬੈਸਾ। ਇੱਕ ਦਿਨ ਸੁਭਾਵਕ ਕੋ ਕਿਤੇ ਨਗਰ 'ਚ ਚਲਿਆ ਜਾਂਦਾ ਹੈ, ਮਹਿਲਾਂ 'ਚ ਚਲਿਆ ਜਾਂਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਨੂੰ ਪਤਾ ਨਹੀਂ ਸੀ ਹੈ, ਨਗਰ ਤੋਂ ਬਾਹਰ ਰਹਿੰਦਾ ਸੀ। ਝੌਂਪੜੀ ਪਾ ਕੇ ਦਿੱਤੀ ਹੋਈ ਸੀ ਘਰ ਵਾਲੀ ਨੂੰ, ਇੱਥੇ ਰਹਿੰਦੀ ਪੁੱਤਰ ਦੇ ਸਮੇਤ। ਇਹ ਪਤਾ ਸੀ ਵੀ ਮੈਂ ਰਾਜੇ ਦਾ ਪੁੱਤਰ ਹਾਂ ਤੇ ਮੇਰਾ ਪਿਤਾ ਰਾਜਾ ਹੈ, ਬਾਕੀ ਕਹਾਣੀ ਨਹੀਂ ਸੀ ਪਤਾ। ਸੁਭਾਵਕ ਕਿਤੇ ਬੱਚਿਆਂ ਨਾਲ ਖੇਡਦਾ ਖੇਡਦਾ ਨਗਰ 'ਚ ਆ ਗਿਆ, ਮਹਿਲਾਂ 'ਚ ਪਹੁੰਚ ਗਿਆ। ਸਹਿਤ ਦੁਲਾਰ ਅੰਕ ਕੇ ਮਾਹੀ। ਪਿਤਾ ਸੀ, ਦੌੜ ਕੇ ਪਿਤਾ ਦੀ ਗੋਦੀ ਦੇ ਵਿੱਚ ਬੈਠ ਗਿਆ ਤੇ ਪਿਤਾ ਲਾਡ ਲੁਡਾਣ ਲੱਗਿਆ। ਉਤਾਨ ਪਾਦ ਬੈਠਿਓ ਚਾਬਰ ਦੇ ਬਹੁ ਜਾਹੀ। ਬਹੁਤ ਚਾਅ ਚੜਿਆ ਉਹਨੂੰ, ਮੇਰਾ ਪੁੱਤਰ ਮੈਨੂੰ ਮਿਲਣ ਵਾਸਤੇ ਆਇਆ ਹੈ। ਤਬ ਤੇ ਕਾਲ ਬਿਬਾਤਾ ਆਈ। ਇਹਨੇ ਨੂੰ ਉਹਦੀ ਘਰ ਵਾਲੀ ਆ ਜਾਂਦੀ ਹੈ, ਛੋਟੀ, ਆ ਕੇ ਵੇਖਦੀ ਹੈ। ਦੇਖ ਸੋ ਤੁਤ ਰਿਸ ਉਪਜਾਈ। ਉਹਨੂੰ ਗੁੱਸਾ ਚੜ ਗਿਆ ਵੀ ਮੇਰੀ ਸੌਂਕਣ ਦਾ ਪੁੱਤਰ ਕਿਵੇਂ ਬੈਠਿਆ ਰਾਜੇ ਦੀ ਗੋਦ 'ਚ। ਅੱਜ ਗੋਦ 'ਚ ਬੈਠਿਆ, ਕੱਲ ਨੂੰ ਰਾਜ ਦਾ ਅਧਿਕਾਰ ਵੀ ਮੰਗੇਗਾ। ਵੱਡਾ ਮੈਂ ਆ, ਮੇਰਾ ਹਿੱਸਾ ਬਣਦਾ, ਜਾਂ ਅੱਧਾ ਤਾਂ ਮੰਗੇਗਾ ਹੀ ਮੰਗੇਗਾ। ਇਸ ਲਈ ਇਹਦਾ ਗੋਦ 'ਚ ਬੈਠਣਾ ਠੀਕ ਨਹੀਂ ਹੈ। ਉਹ ਆਈ, ਉਹਨੇ ਆ ਕੇ ਵੇਖਿਆ ਤੇ ਗੁੱਸਾ ਚੜ ਗਿਆ ਉਸ ਨੂੰ। ਕਰ ਗਹਿ ਬਲ ਸੋ ਦੀਨ ਉਠਾਈ। ਉਸੇ ਵਕਤ ਉਹਨੇ ਬਾਂਹ ਤੋਂ ਪਕੜਿਆ ਤੇ ਇੱਧਰ ਖੜਾ ਕਰਤਾ, ਕਹਿੰਦੇ ਇੱਧਰ ਖਲੋ, ਪਹਿਲਾਂ ਮੇਰੀ ਗੱਲ ਸੁਣ ਲੈ। ਬਹੁ ਕਠੋਰ ਮੁਖ ਗਿਰਾ ਆਲਾਈ। ਬਹੁਤ ਕਸੂਤਾ ਬੋਲੀ, ਤਾਰੋ ਨੂੰ ਮਾਸੀ। ਬੈਸਨ ਪਿਤ ਕੇ ਅੰਕ ਮਜਾਰਾ। ਕਹਿੰਦੀ ਇਸ ਗੋਦ ਦੇ ਵਿੱਚ ਬੈਠਣ ਦਾ ਤੇਰਾ ਅਧਿਕਾਰ ਨਹੀਂ ਹੈ, ਉਹ ਖਤਮ ਹੋ ਚੁੱਕਿਆ। ਇਸ ਗੋਦ ਵਿੱਚ ਬੈਠਣ ਦਾ ਮੇਰੇ ਪੁੱਤਰ ਦਾ ਅਧਿਕਾਰ ਹੈ, ਤੈਨੂੰ ਕੋਈ ਅਧਿਕਾਰ ਨਹੀਂ ਹੈ। ਤੇਰਾ ਅਧਿਕਾਰ ਖਤਮ ਹੋ ਗਿਆ। ਨਹਿ ਬਾਲਕ ਤੇਰੋ ਅਧਿਕਾਰਾ। ਤੇਰਾ ਨਹੀਂ ਅਧਿਕਾਰ ਰਿਹਾ ਪੁੱਤਰ ਹੁਣ ਇਸ ਦੇ ਗੋਦ 'ਚ ਬੈਠਣ ਦਾ। ਜੇ ਪਦ ਲੇਵਨ ਇਸ਼ ਤੇਰੇ। ਅਗਰ ਤੇਰੀ ਇੱਛਾ ਨਾ ਇਸ ਗੋਦ ਦੇ ਵਿੱਚ ਬੈਠਣ ਦੀ, ਕਰੋ ਕਠਨ ਜਪ ਤਾਪ ਕਨੇਰੇ। ਫਿਰ ਤੂੰ ਮੇਰੀ ਕੁੱਖੋਂ ਜਨਮ ਲੈਣਾ ਸੀ। ਹੁਣ ਤਾਂ ਉਹ ਬੈਠੇਗਾ ਇਸ ਗੋਦ ਵਿੱਚ, ਉਹੀ ਲਏਗਾ ਰਾਜ ਭਾਗ ਜਿਹੜਾ ਮੇਰੀ ਕੁੱਖੋਂ ਪੈਦਾ ਹੋਇਆ। ਤੇਰਾ ਅਧਿਕਾਰ ਨਹੀਂ ਹੈ। ਬੱਚਾ ਸੀ, ਹਿਰਦਾ ਕੋਮਲ ਸੀ, ਖੜਿਆ ਸੁਣਦਾ ਰਿਹਾ ਸਾਰੀਆਂ ਗੱਲਾਂ। ਬੱਚੇ ਦੀ ਇਕਾਗਰਤਾ ਬਹੁਤ ਹੁੰਦੀ। ਕਹਿੰਦੀ ਐ ਨਹੀਂ ਇਹ ਗੋਦ ਮਿਲਣੀ, ਜਪ ਤਪ ਕਰੇਗਾ, ਭਗਤੀ ਕਰੇਗਾ, ਮੇਰੀ ਕੁੱਖੋਂ ਜਨਮ ਲਵੇਂਗਾ, ਫੇਰ ਕਿਤੇ ਰਾਜ ਭਾਗ ਦਾ ਅਧਿਕਾਰੀ ਬਣੇਗਾ। ਇਹ ਨਹੀਂ ਬਣਦਾ। ਇਉਂ ਬੋਲਦੀ ਰਹੀ। ਬ੍ਰਤ ਸਾਧ ਪੁਨ ਨਿਜ ਤਨ ਤਿਆਗੀ। ਫਿਰ ਵਰਤ ਰੱਖਣੇ ਪੈਂਦੇ ਐ, ਸਾਧਨਾ ਸਾਧਣੀ ਪੈਂਦੀ ਐ। ਜਨਮ ਉਦਰ ਮਮ ਹੋ ਵਡ ਪਾਗੀ। ਫੇਰ ਇਸ ਤਰ੍ਹਾਂ ਜਪ ਤਪ ਕਰਦਿਆਂ ਸਰੀਰ ਤਿਆਗ ਦੇਗਾ, ਫੇਰ ਮੇਰੀ ਕੁੱਖੋਂ ਲਵੇਂਗਾ ਜਨਮ। ਤਬ ਤੇ ਉਚਿਤ ਰਾਜ ਕੋ ਲੈਣਾ। ਫੇਰ ਇਸ ਗੋਦ ਵਿੱਚ ਬੈਠਣ ਦਾ ਅਧਿਕਾਰੀ ਹੋਏਗਾ, ਨਾਲੇ ਇਹ ਰਾਜੇ ਦੇ ਰਾਜ ਦਾ ਅਧਿਕਾਰੀ ਬਣ ਜਾਏ। ਹੁਣ ਨਹੀਂ, ਇੱਥੇ ਬੈਠਣ ਦਾ ਕੋਈ ਹੱਕ ਨਹੀਂ ਤੇਰਾ। ਹਸ ਕਰ ਝਿੜਕਿਓ ਰਿਸ ਪਰ ਨੈਣਾ। ਇਸ ਤਰੀਕੇ ਦੇ ਨਾਲ ਘੂਰਿਆ ਬੱਚਾ ਸੀ, ਅੱਖਾਂ ਭਰ ਆਈਆਂ। ਦੀਨ ਪਇਓ ਰੋਦਨ ਵਡ ਕੀਨਾ। ਮਨ ਦੁਖੀ ਹੋ ਗਿਆ,
ਔਰ ਰੋਣ ਲੱਗ ਪਿਆ। ਤੇ ਬਸ ਨਿਰਪਨ ਹੈ ਆਦਰ ਦੀਨਾ। ਤੇ ਰਾਜੇ ਦੇ ਵਾਸਤੇ ਦੀ ਗੱਲ ਨਹੀਂ ਸੀ ਵੀ ਉਹ ਰਾਣੀ ਨੂੰ ਕੁਝ ਕਹਿ ਪੈਂਦਾ, ਹਿੰਮਤ ਨਹੀਂ ਸੀ ਹੈ, ਕਿਉਂਕਿ ਉਹਦੇ ਅਧੀਨ ਸੀ। ਉਹ ਰਾਣੀ ਉਹਦੇ ਤੇ ਭਾਰੂ ਸੀ। ਚੁੱਪ ਕਰ ਗਿਆ, ਤਮਾਸ਼ਾ ਅੱਖਾਂ ਦੇ ਨਾਲ ਵੇਖਦਾ ਰਿਹਾ, ਪਰ ਹਿੰਮਤ ਨਹੀਂ ਪਈ ਰਾਣੀ ਨੂੰ ਕੁਝ ਕਹੇ ਜਾਂ ਬੱਚੇ ਨੂੰ ਦੁਬਾਰੇ ਕਹਦੇ ਵੀ ਆ ਜਾ ਮੇਰੀ ਗੋਦ 'ਚ ਬਹਿ ਜਾ। ਵੇਖਦਾ ਰਿਹਾ, ਦੁਖੀ ਤੇ ਹੋਇਆ ਮਨ, ਰੋਣ ਤਾਂ ਆਪ ਵੀ ਲੱਗ ਗਿਆ, ਪਰ ਬਸ ਨਹੀਂ ਚੱਲਿਆ। ਮੋਚਤ ਲੋਚਨ ਤੇ ਜਲ ਤਾਰਾ। ਔਰ ਰੋਂਦਾ ਰਿਹਾ ਵੇਖ ਕੇ ਵੀ ਕੀ ਦਾ ਦਸ਼ਾ ਹੋ ਗਈ ਮੇਰੀ, ਮੇਰਾ ਹੀ ਪੁੱਤਰ ਹੈ, ਮੇਰੀ ਗੋਦ ਵਿੱਚ ਨਹੀਂ ਬੈਠ ਸਕਦਾ। ਬਚਨ ਬਾਨ ਬਿਦ ਗਇਓ ਵਿਚਾਰਾ। ਪਰ ਉਹ ਬੱਚਾ ਸੀ, ਉਹਦਾ ਜਿਹੜਾ ਹਿਰਦਾ ਸੀ ਨਰਮ ਸੀ। ਬੜੇ ਕਸੂਤੇ ਬਚਨ ਕਹੇ, ਮਨ ਬਿੰਨ ਗਏ। ਜਾਗਿਓ ਹਿਰਦੇ ਕ੍ਰੋਧ ਕਨੇਰਾ। ਗੁੱਸਾ ਵੀ ਆਇਆ ਰਾਜੇ ਨੂੰ ਸੁਣ ਕੇ, ਦੁਖੀ ਵੀ ਹੈ, ਪਰ ਕਰ ਕੁਝ ਨਹੀਂ ਸਕਦਾ। ਮਨ ਹੋ ਸਰਪ ਕਿਨ ਪਗ ਸੋ ਸ਼ੇਰਾ। ਤੇ ਇਧਰ ਧਰੂ ਮਹਿਸੂਸ ਕਰਦਾ ਵੀ ਜਿਵੇਂ ਕਿਸੇ ਸੱਪ ਨੂੰ ਛੇੜਤਿਆ ਹੋਵੇ ਤੇ ਪੂੰਛ ਤੇ ਪੈਰ ਰੱਖਤਿਆ ਹੋਵੇ। ਹਰਕਤ ਅਦਰ ਲੇਤ ਵਡ ਸਵਾਸਾ। ਠੰਡੇ ਹੌਂਕੇ ਲੈਂਦਾ, ਬੁੱਲ ਫਰਕਦੇ ਹਨ। ਰੋਵਤ ਆਵਾ ਜਨਨ ਆਵਾਸਾ। ਬੱਚਾ ਰੋਂਦਾ ਰੋਂਦਾ ਵਾਪਸ ਬਾਹਰ ਆ ਗਿਆ ਝੌਂਪੜੀ ਦੇ ਵਿੱਚ, ਆਪਣੀ ਮਾਤਾ ਦੇ ਕੋਲ। ਬਦਨ ਮਲੀਨ ਹੇਰ ਸੁਤ ਕੇਰਾ। ਮਾਂ ਨੇ ਵੇਖ ਲਿਆ ਬੱਚਾ ਰੋਂਦਾ ਆ ਰਿਹਾ, ਚਿਹਰਾ ਉਤਰਿਆ ਹੋਇਆ, ਕਾਫੀ ਦੁਖੀ ਲੱਗਦਾ ਬੱਚਾ, ਕਿਸੇ ਨੇ ਘੂਰਿਆ, ਕਿਸੇ ਨੇ ਮਾਰਿਆ। ਮਾਂ ਤੇ ਬੱਚੇ ਦਾ ਜਿਹੜਾ ਸੰਬੰਧ ਹੈ ਉਹਦੀ ਅੱਜ ਤੱਕ ਕਿਸੇ ਨੂੰ ਵੀ ਸਮਝ ਨਹੀਂ ਆਈ, ਕੋਈ ਸਰਚ ਨਹੀਂ ਹੋਈ ਤੇ ਨਹੀਂ ਸਮਝ ਨਹੀਂ ਸਕਦਾ ਕੋਈ ਰਿਸ਼ਤਾ ਕੀ ਸੰਬੰਧ ਹੈ ਮਾਂ ਤੇ ਪੁੱਤਰ ਦਾ। ਕੋਈ ਕਲਮ ਨਹੀਂ ਚੱਲੀ ਵੀ ਜਿਹੜੀ ਇਹ ਲਿਖ ਦੇਵੇ ਵੀ ਇਹ ਸੰਬੰਧ ਕਿਹੋ ਜਿਹਾ, ਕਿਸ ਤਰ੍ਹਾਂ ਦਾ ਹੁੰਦਾ ਹੈ, ਕਿਉਂਕਿ ਸੰਬੰਧ ਸੋਚਣ ਤੋਂ ਪਰੇ ਦਾ ਹੈ। ਕਦੋਂ ਦਾ ਸੰਬੰਧ ਹੈ, ਕਿਵੇਂ ਦਾ ਸੰਬੰਧ ਹੈ, ਉਹ ਸਤਿਗੁਰੂ ਜੀ ਦੱਸਦੇ। ਪਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਵਿਲਾਸਾ। ਜਿਉ ਜਨਨੀ ਗਰਭ ਪਾਲਤੀ, ਜਨਮ ਤੋਂ ਪਹਿਲਾਂ ਦਾ ਸੰਬੰਧ ਬਣ ਗਿਆ, ਜਨਮ ਤੋਂ ਪਹਿਲਾਂ ਦਾ ਹੀ। ਹੁਣ ਕਿਵੇਂ ਉੱਥੇ ਕਿਹੜੀ ਕਰਮ ਲਿਖੇਗੀ, ਕਿਸ ਤਰ੍ਹਾਂ ਸੰਬੰਧ ਬਣਿਆ, ਕੌਣ ਕਿਵੇਂ ਆਇਆ, ਨਹੀਂ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਤੁਹਾਡਾ ਸੰਬੰਧ ਪਰਮਾਤਮਾ ਨਾਲ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇ। ਫਿਰ ਮਾਂ ਕਿਆ ਕਰਦੀ ਹੈ, ਬਾਬਾ ਕਬੀਰ ਸਾਹਿਬ ਨੂੰ ਪੁੱਛੋ, ਕਹਿੰਦੇ ਵੀ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਸ ਤੇਤੇ। ਰਮਈਆ ਹਮ ਬਾਰਕ ਤੇਰਾ, ਕਹਾ ਨਾ ਖੰਡ ਸਭ ਗੁਣ ਮੇਰਾ। ਕੈਸਾ ਸੰਬੰਧ ਹੈ, ਕੋਈ ਨਹੀਂ ਬਿਆਨ ਕਰ ਸਕਦਾ। ਮਾਂ ਨੇ ਵੇਖਿਆ ਪੁੱਤਰ ਰੋਂਦਾ ਆ ਰਿਹਾ, ਕਿਸੇ ਨੇ ਘੂਰਿਆ ਹੋਣਾ, ਕਿਸੇ ਨੇ ਮਾਰਿਆ ਹੋਣਾ। ਬੱਚਾ ਕਿਸੇ ਦਾ ਰੋਵੇ, ਹਰੇਕ ਮਾਂ ਦੇ ਦਿਲ ਵਿੱਚ ਇਹ ਆਉਂਦੀ ਸ਼ਾਇਦ ਮੇਰਾ ਬੱਚਾ ਰੋਂਦਾ ਹੈ, ਮੇਰੇ ਬੱਚੇ ਨੂੰ ਘੂਰਿਆ ਕਿਸੇ ਨੇ। ਬੱਚਾ ਕਿਸੇ ਦਾ ਹੈ, ਪਰ ਦੇਖਦੀਆਂ ਸਾਰੀਆਂ ਮਾਵਾਂ ਮੇਰੇ ਵਾਲਾ ਤਾਂ ਨਹੀਂ ਹੈ ਕਿਤੇ। ਮਾਂ ਨੇ ਵੇਖਿਆ ਬੱਚਾ ਰੋਂਦਾ ਹੋਇਆ ਘਰੇ ਆਇਆ, ਚਿਹਰਾ ਮੈਲਾ ਹੋਇਆ ਹੈ। ਭਾਈ ਦੁਖੀ ਕਰ ਸ਼ੋਕ ਕਨੇਰਾ। ਮਨ ਨੂੰ ਬੜਾ ਦੁੱਖ ਲੱਗਿਆ, ਬੜਾ ਸ਼ੋਕ ਹੋਇਆ। ਅਪਰ ਨਰ ਤੇ ਸੁਨ ਸੁਧ ਸਾਰੀ। ਤਾਂ ਫਿਰ ਬੱਚੇ ਨੂੰ ਪੁੱਛਦੀ ਵੀ ਕੀ ਗੱਲ ਹੈ, ਹੁਣ ਤਾਂ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ। ਬੱਚਾ ਉਹਨੂੰ ਤਾਂ ਇਹ ਆ ਵੀ ਇਹ ਛੋਟੀ ਮਾਂ ਹੈ, ਉਹ ਵੱਡੀ ਮਾਂ ਹੈ, ਵੀ ਮਾਵਾਂ ਹੀ ਨੇ। ਹੁਣ ਉਹਨੂੰ ਵੀ ਪਤਾ ਵੀ ਅਸਲੀ ਨਕਲੀ ਕਿਹੜੀ ਹੈ, ਉਹਨੂੰ ਨਹੀਂ ਪਤਾ ਇਸ ਗੱਲ ਦਾ। ਉਹ ਤਾਂ ਇਹੀ ਆ ਵੀ ਮਾਵਾਂ ਨੇ ਦੋਵੇਂ, ਇਹ ਛੋਟੀ ਹੈ ਉਹ ਵੱਡੀ ਹੈ। ਨਾਲ ਦੇ ਆਏ, ਉਹਨਾਂ ਨੂੰ ਪੁੱਛਿਆ ਭਾਈ ਕੀ ਗੱਲ ਹੋ ਗਈ, ਤਾਂ ਫਿਰ ਉਹਨਾਂ ਨੇ ਦੱਸਿਆ ਵੀ ਆ ਜਦੋਂ ਤੇਰਾ ਪੁੱਤਰ ਅੱਜ ਬੱਚਿਆਂ ਨਾਲ ਖੇਡਦਾ
ਮਹਿਲਾਂ 'ਚ ਚਲਾ ਗਿਆ ਰੁਦਿਤ ਦਰਿਗਨ ਤੇ ਅਨਸੁਨ ਡਾਰੀ। ਤੇ ਦੱਸਿਆ ਵੀ ਆਹ ਗੱਲ ਹੋਈ ਹੈ ਮਾਤਾ। ਉਹ ਵੀ ਰੋਣ ਲੱਗ ਪਈ ਕਿ ਹੁਣ ਮੈਂ ਇਹਨੂੰ ਬੱਚੇ ਨੂੰ ਦੱਸਾਂ ਕਿ ਅੱਜ ਤੱਕ ਤੇ ਮੈਂ ਦੱਸਿਆ ਨਹੀਂ ਸੀ, ਗੱਲ ਛੁਪਾ ਕੇ ਰੱਖੀ ਸੀ। ਆਪ ਵੀ ਰੋਣ ਲੱਗ ਜਾਂਦੀ ਹੈ। ਸੁਬਤ ਗਿਰਾ ਤੇ ਮਨ ਬਿਕੁਲਾਨੀ। ਸੌਂਕਣ ਨੇ ਜਿਹੜੀਆਂ ਗੱਲਾਂ ਕਹੀਆਂ ਦੱਸਿਆ ਲੋਕਾਂ ਨੇ, ਮਨ ਬੜਾ ਦੁਖੀ ਹੋਇਆ। ਲਤਾ ਖੇਦ ਕਰ ਜਨ ਕੁਮਲਾਨੀ। ਮਨ ਨੂੰ ਕਿਤੇ ਪਾਣੀ ਤੋਂ ਬਿਨਾਂ ਬੇਲ ਕੁਮਲਾ ਜਾਂਦੀ। ਆ ਦਸ਼ਾ ਹੋ ਗਈ ਮਨ ਦੀ। ਬਦਨਾ ਬੁਝ ਬਹੁ ਕੀ ਨ ਮਲੀਨਾ। ਆਪਣਾ ਵੀ ਮਨ ਦੁਖੀ ਹੋ ਗਿਆ ਬੱਚੇ ਦੇ ਨਾਲ। ਨਿਜ ਸੁਤ ਅੰਕ ਬਿਖੈ ਤਬ ਲੀਨਾ। ਆਪਣੇ ਪੁੱਤਰ ਧਰੂ ਨੂੰ ਗੋਦ ਦੇ ਵਿੱਚ ਬਿਠਾਉਣਾ ਕੀਤਾ। ਖੂਬ ਸਵਾਸ ਲੈ ਬਚਨ ਬਖਾਨੇ। ਠੰਡੇ ਠੰਡੇ ਹੌਂਕੇ, ਲੰਮੇ ਲੰਮੇ ਹੌਂਕੇ ਪੁੱਤਰ ਲੈਂਦਾ। ਸੁਨੋ ਪੁੱਤਰ ਏਵ ਲਿਹੋ ਪਛਾਨੇ। ਤੇ ਪੁੱਤਰ ਨੇ ਪੁੱਛਿਆ ਵੀ ਮਾਤਾ ਇਹ ਗੱਲ ਕੀ ਹੈ? ਤੂੰ ਮੇਰੇ ਪਿਤਾ ਦੀ ਰਾਣੀ ਨਹੀਂ? ਕਹਿੰਦੀ ਹੈਗੀ ਤਾਂ ਪਟਰਾਣੀ ਹੈ, ਕਰਮ ਨਹੀਂ ਨਾ ਚੰਗੇ। ਰੱਬ ਦਾ ਭਜਨ ਬੰਦਗੀ ਸਿਮਰਨ ਕੋਈ ਨਹੀਂ ਕਰਿਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਮਰਨ ਬੰਦਗੀ ਨਹੀਂ ਹੈ। ਹੁਣ ਧਰੂ ਪੁੱਛਦਾ ਵੀ ਕਿਸ ਉਦਮ ਤੇ ਰਾਜ ਮਿਲੈ, ਬੈਰੀ ਤੇ ਸਭ ਹੋਵੇ ਮੀਤਾ। ਕਹਿੰਦਾ ਮਾਂ ਫਿਰ ਮੈਨੂੰ ਇੱਕ ਗੱਲ ਦੱਸ ਵੀ ਉਹ ਕਿਹੜਾ ਉਦਮ ਹੈ, ਵੀ ਰਾਜ ਕਿਵੇਂ ਮਿਲੂਗਾ? ਹੁਣ ਉਹ ਤਾਂ ਕਹਿੰਦੀ ਤੇਰਾ ਅਧਿਕਾਰ ਹੈ ਨਹੀਂ, ਤਪੱਸਿਆ ਕਰੇਗਾ ਫਿਰ ਮੇਰੀ ਕੁੱਖੋਂ ਜਨਮ ਲਏਗਾ, ਫਿਰ ਕਿਤੇ ਰਾਜ ਭਾਗ ਦਾ ਅਧਿਕਾਰੀ ਹੋਏਗਾ। ਬਹੁਤ ਲੰਮਾ ਕੰਮ ਹੈ। ਮਾਂ ਨੇ ਕੀ ਕਿਹਾ? ਪਰਮੇਸ਼ਰ ਆਰਾਧੀ ਹੈ, ਸਿਮਰਨ ਕਰਨਾ ਪੈਣਾ ਵਾਹਿਗੁਰੂ ਪਰਮੇਸ਼ਰ ਜੀ ਦਾ। ਇਸ ਤੋਂ ਵੱਡਾ ਕੋਈ ਕਰਮ ਨਹੀਂ ਹੈ। ਇੱਕ ਪਾਸੇ ਦੁਨੀਆ ਦੇ ਸਾਰੇ ਕਰਮ ਨੇ ਜਿਹੜੇ ਵੀ ਕਿਸੇ ਨੇ ਕਹੇ ਨੇ, ਚੰਗਾ ਹੀ ਨੇ, ਮਾੜਾ ਤਾਂ ਕੋਈ ਹੈ ਨਹੀਂ। ਉਹ ਸਾਰੇ ਕਰਮ ਕਰਨ ਤੋਂ ਬਾਅਦ ਸਿਮਰਨ ਜ਼ਰੂਰ ਕਰਨਾ ਪੈਣਾ। ਪਰ ਜੇ ਸਿਮਰਨ ਕਰ ਲਈਏ ਫਿਰ ਬਾਕੀ ਕੁਝ ਕਰਨ ਦੀ ਲੋੜ ਨਹੀਂ ਰਹਿੰਦੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਕੀ ਲਈ ਸ਼ਰਤ ਆ ਰਹੇ, ਕੋਈ ਕਰ ਸਕਦਾ ਕਿ ਨਹੀਂ ਕਰ ਸਕਦਾ, ਬੜਾ ਕੁਝ ਹੈ। ਪਰ ਇਹ ਸਾਰਿਆਂ ਦੇ ਲਈ ਹੈ ਕਿ ਨਾਲੇ ਸੌਖਾ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਹ ਸੌਖਾ ਮਾਰਗ ਚਲਤ ਹਰੇ ਹਰ ਗਾਈਐ। ਜਦੋਂ ਮਰਜੀ, ਨਾ ਦਿਨ ਦਾ ਕੋਈ, ਨਾ ਰਾਤ ਦਾ, ਨਾ ਕੰਮ ਕਰਨ ਦਾ, ਨਾ ਵਿਹਲੇ ਦਾ ਵਹਿਮ ਕੋਈ ਨਹੀਂ ਹੈ। ਬਸ ਰਸਨਾ ਜਪਤੀ ਤੂੰ ਹੀ ਤੂੰ। ਇਹ ਜ਼ਰੂਰ ਕਰਨਾ ਪੈਣਾ ਸਾਰੇ ਕਰਮ ਕਰਨ ਤੋਂ ਬਾਅਦ। ਤਾਂ ਤੇ ਭਾਈ ਇਹ ਸ੍ਰੇਸ਼ਟ ਧਰਮ ਇਸੇ ਕਰਕੇ ਕਿਹਾ ਬਈ ਇਹ ਕਰਕੇ ਫਿਰ ਹੋਰ ਕੋਈ ਕਰਨ ਦੀ ਲੋੜ ਨਹੀਂ ਪੈਂਦੀ। ਇਹ ਕੰਮ ਕਰਨਾ ਪੈਣਾ। ਕਹਿੰਦੀ ਪੁੱਤਰ ਪ੍ਰਮਾਤਮਾ ਦਾ ਆਰਾਧਨ ਕਰਨਾ ਪੈਣਾ। ਮੈਂ ਕਰਿਆ ਨਹੀਂ, ਇਸੇ ਕਰਕੇ ਮਹਿਲਾਂ ਦੀ ਮਾਲਕ ਹੁੰਦੀ ਹੋਈ ਝੌਂਪੜੀ ਵਿੱਚ ਬੈਠੀ ਐ। ਨਾਂ ਦੀ ਹਾਂ ਮੈਂ ਰਾਣੀ, ਪਰ ਸਿਮਰ ਨਾ ਹੋਣ ਕਰਕੇ ਗੋਲੀਆਂ ਦੀ ਤਰ੍ਹਾਂ ਜੀਵਨ ਬਤੀਤ ਕਰ ਰਹੀ ਹੈ। ਮਾਂ ਨੇ ਫਿਰ ਸਿੱਖਿਆ ਦਿੱਤੀ, ਸਹੀ ਸਿੱਖਿਆ ਦਿੱਤੀ, ਪੁੱਤਰ ਮਾਲਕ ਦਾ ਆਰਾਧਨ ਕਰਨਾ ਪੈਣਾ। ਦੁੱਖ ਸੁੱਖ ਕੋ ਨਾ ਦੇਤ ਕਹਿ ਤਾਈ। ਕਿਉਂਕਿ ਦੁੱਖ ਸੁੱਖ ਕੋਈ ਕਿਸੇ ਨੂੰ ਦਿੰਦਾ ਨਹੀਂ ਹੁੰਦਾ। ਨਾ ਤੇ ਕਿਸੇ ਨੂੰ ਕੋਈ ਦੁੱਖ ਦਿੰਦਾ, ਨਾ ਕੋਈ ਦੇ ਸਕਦਾ ਕਿਸੇ ਨੂੰ ਸੁੱਖ। ਕਿਸੇ ਦੇ ਹੱਥ ਵਿੱਚ ਨਹੀਂ ਹੈ ਇਹ। ਕਰਮ ਕਰੈ ਜਸ ਤਸ ਫਲ ਪਾਈ। ਇਹ ਆਪਣੇ ਕਰਮਾਂ ਦਾ ਫਲ ਹੈ। ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਉਸ ਤਰ੍ਹਾਂ ਦਾ ਫਲ ਹੈ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸੁਖ ਦੁੱਖ ਦੋ ਕਰਮਾਂ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ।
किसको दोष दे तू प्राणी सो अपना किया करा रहे। ਸਾਹਿਬ ਜੀ ਕਹਿੰਦੇ ਵੀ ਜਿਹਾ ਬੀਜੈ ਸੋ ਲੂਣਾ ਕਰਮਾ ਸੰਦੜਾ ਖੇਤ। ਜੋ ਬੀਜਾਂਗੇ ਉਹ ਆਪਾਂ ਵੱਢਾਂਗੇ। ਚੰਗਾ ਬੀਜਾਂਗੇ ਚੰਗਾ ਵੱਢ ਲਾਂਗੇ, ਮਾੜਾ ਬੀਜਾਂਗੇ ਤੇ ਮਾੜਾ ਵੱਢਾਂਗੇ। ਪੁੱਤਰ ਕੋਈ ਕਿਸੇ ਨੂੰ ਸੁੱਖ ਦੁੱਖ ਨਹੀਂ ਦਿੰਦਾ, ਇਹ ਆਪਣੇ ਕਰਮਾਂ ਦੇ ਨੇ। ਮੈਂ ਨਹੀਂ ਕਿਸੇ ਨੂੰ ਉਲਾਮਾ ਦਿੰਦੀ ਵੀ ਮੈਂ ਦੁਖੀ ਐ, ਮੈਂ ਮਹਿਲਾਂ ਦੀ ਮਾਲਕ ਹੋ ਕੇ ਝੌਂਪੜੀ 'ਚ ਰਹਿੰਦੀ ਨਾ। ਮੈਨੂੰ ਪਤਾ ਵੀ ਆਪਣੇ ਕਰਮਾਂ ਦਾ ਦੁੱਖ ਹੈ। ਮੈਂ ਕਰਮ ਚੰਗੇ ਨਹੀਂ ਕੀਤੇ, ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ। ਇਸ ਲਈ ਪੁੱਤਰ ਕੋਈ ਕਿਸੇ ਨੂੰ ਦੁਖੀ ਨਹੀਂ ਕਰਦਾ, ਨਾ ਹੀ ਕੋਈ ਕਿਸੇ ਨੂੰ ਸੁੱਖ ਦੇ ਸਕਦਾ ਹੈ। ਇਹ ਆਪਣੇ ਹੀ ਕੀਤੇ ਕਰਮਾਂ ਦਾ ਫਲ ਹੈ। ਪ੍ਰਥਮ ਪੁੰਨ ਤੇ ਸੁਖ ਚੱਲ ਆਵੇ। ਜਿਹੜੇ ਆਪਾਂ ਪਹਿਲਾਂ ਚੰਗੇ ਕਰਮ ਕਰਦੇ ਹਨ ਉਹਨਾਂ ਕਰਕੇ ਹੀ ਜੀਵਨ ਦੇ ਵਿੱਚ ਸੁੱਖ ਟਿਕਦੇ ਹਨ। ਕਰੇ ਪਾਪ ਤੇ ਦੁੱਖ ਫਲ ਪਾਵੇ। ਤੇ ਜੇ ਪਾਪ ਕਰਾਂਗੇ ਤੇ ਫਿਰ ਉਹਦੇ ਬਦਲੇ 'ਚ ਦੁੱਖ ਹੈ। ਪੁੰਨ ਦਾ ਜਿਹੜਾ ਫਲ ਹੈ ਉਹ ਸੁੱਖ ਹੈ, ਪਾਪ ਦਾ ਜਿਹੜਾ ਫਲ ਹੈ ਉਹ ਦੁੱਖ ਹੈ। ਚੰਗੇ ਕਰਮ ਦਾ ਸੁੱਖ ਹੈ, ਮਾੜੇ ਕਰਮ ਦਾ ਦੁੱਖ ਹੈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ। ਧਰਮ ਰਾਜ ਉਹਦੇ ਹਿਸਾਬ ਕਿਤਾਬ ਫਿਰ ਦਿੰਦਾ ਫਲ। ਜਿਹੋ ਜੇ ਕਰਮ ਕਰਦਾ ਜੀਵ। ਗਿਰਾ ਸਬਦ ਨੈ ਸਾਚ ਉਚਾਰੀ। ਕਹਿਣ ਲੱਗੇ ਵੀ ਜਿਹੜੀ ਗੱਲ ਕਹੀ ਹੈ ਨਾ ਤੇਰੀ ਮਾਸੀ ਨੇ, ਤੇਰੀ ਛੋਟੀ ਮਾਂ ਨੇ, ਉਹਨੇ ਕੋਈ ਗਲਤ ਨਹੀਂ ਕਿਹਾ ਪੁੱਤਰ। ਇਹ ਗੱਲ ਉਹਨੇ ਠੀਕ ਕਹੀ ਹੈ ਵੀ ਤੈਨੂੰ ਜਾਪ ਤਪ ਕਰਨਾ ਪੈਣਾ, ਪਾਠ ਪੂਜਾ ਕਰਨੀ ਪੈਣੀ, ਪੁੰਨਦਾਨ ਕਰਨਾ ਪੈਣਾ। ਇਹ ਉਹਦੀ ਗੱਲ ਠੀਕ ਹੈ। ਇਹ ਹੈ ਤਾਂ ਉਹ ਦੁਸ਼ਮਣ ਹੈ, ਮੇਰੀ ਵੀ ਤੇਰੀ ਵੀ। ਮੈਨੂੰ ਘਰੋਂ ਕੱਢਤਾ, ਪਰ ਦੁਸ਼ਮਣ ਦੀ ਗੱਲ ਇਹ ਵੀ ਠੀਕ ਹੈ। ਜਿਹੜੀ ਠੀਕ ਆ ਉਹ ਤਾਂ ਮੰਨਣੀ ਪੈਣੀ ਹੈ। ਸੱਚ ਕਹਿੰਦੀ ਤੇਰੀ ਮਾਂ, ਤੇਰੀ ਛੋਟੀ ਮਾਂ ਸੱਚ ਕਹਿੰਦੀ ਵੀ ਇਹ ਤਾਂ ਕਰਨਾ ਹੀ ਪੈਣਾ ਹੈ। ਤੂੰ ਜਨਮਿਓ ਮਮ ਗਰਭ ਮਜਾਰੀ। ਤੂੰ ਮੇਰੇ ਉਦਰ ਤੋਂ ਪੈਦਾ ਹੋਇਆ। ਮੰਦ ਭਾਗ ਕੋ ਮੋਹ ਕੋ ਲਖ ਲੀਜੈ। ਤੇ ਪੁੱਤਰ ਮੇਰੇ ਮਾੜੇ ਕਰਮ ਨੇ, ਮੇਰੀ ਕੁੱਖੋਂ ਤੂੰ ਪੈਦਾ ਹੋਇਆ। ਮੇਰੀ ਕੁੱਖੋਂ ਪੈਦਾ ਹੋ ਕੇ ਵੀ ਤੂੰ ਰਾਜਾ ਨਹੀਂ ਬਣਿਆ, ਤੇ ਮੇਰੇ ਮਾੜੇ ਕਰਮ ਨੇ, ਕਿਉਂਕਿ ਮੈਂ ਚੰਗੇ ਕਰਮ ਨਹੀਂ ਕੀਤੇ ਤੇ ਨਾਲ ਤੈਨੂੰ ਮੇਰੇ ਇਹ ਦੁੱਖ ਭੁਗਤਣਾ ਪੈ ਰਿਹਾ। ਮੇਰੇ ਦੁੱਖਾਂ ਦੇ ਵਿੱਚ ਤੈਨੂੰ ਦੁੱਖ ਮਿਲ ਰਿਹਾ ਹੈ। ਦਾਸੀ ਸਾਮਨਹਿ ਮੁਝੈ ਲਖੀਜੈ। ਪੁੱਤਰ ਮੈਂ ਇਸ ਘਰ ਦੀ ਕੋਈ ਦਾਸੀ ਨਹੀਂ ਆ, ਦਾਸੀ ਨਹੀਂ ਹੈ, ਮੇਰਾ ਵੀ ਪੂਰਾ ਹੱਕ ਹੈ। ਸਿੰਘਾਸਨ ਕੀਜੈ ਅਬ ਲਾਖੇ। ਜੇ ਤੇਰੇ ਮਨ ਦੇ ਵਿੱਚ ਇੱਛਾ ਹੈ ਵੀ ਤੂੰ ਰਾਜ ਭਾਗ ਦਾ ਮਾਲਕ ਬਣਨਾ ਹੈ, ਜੋ ਪ੍ਰਭੂ ਮਨ ਕੋ ਥਿਰ ਰਾਖੇ। ਤਾਂ ਫਿਰ ਸਿਮਰਨ ਕਰ ਮਨ ਟਿਕਾ ਕੇ ਵਾਹਿਗੁਰੂ ਜੀ ਦਾ। ਮਿਲੇਗਾ ਰਾਜ, ਸਭ ਕੁਝ ਮਿਲਦਾ ਹੈ ਵਾਹਿਗੁਰੂ ਪਰਮੇਸ਼ਰ ਜੀ ਦਾ ਸਿਮਰਨ ਕਰਨ ਦੇ ਨਾਲ। ਸਭ ਕੁਝ ਜੋ ਮਰਜ਼ੀ ਲੈ ਲੈ, ਸੋ ਸਿਮਰਨ ਕਰਨਾ ਪੈਣਾ ਹੈ। ਜਾਸ ਚਰਨ ਕੀ ਸੇਵਨ ਕਰਕੇ। ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ। ਜੋ ਬ੍ਰਹਮ ਪਦ ਵਿਦਹਿਤ ਧਰ ਕੇ। ਫਿਰ ਤੈਨੂੰ ਬ੍ਰਹਮ ਪਦ ਦੀ ਪ੍ਰਾਪਤੀ ਹੋਵੇਗੀ ਹਿਤ ਦੇ ਨਾਲ। ਹੋਰ ਪਿਤਾਮਹ ਭਾਵਨ ਰਾਜੂ। ਤੇਰਾ ਜਿਹੜਾ ਪਿਤਾਮਾ ਹੋਇਆ ਦਾਦਾ ਤੇਰਾ ਸੰਭੂਮਾਨ, ਕੀਨ ਅਨਕ ਮਖ ਪੂਰ ਸਮਾਜੂ। ਉਹਨੇ ਵੀ ਬਹੁਤ ਜੱਗ ਕੀਤੇ, ਬੜੇ ਜੱਗ ਕੀਤੇ, ਬੜਾ ਪੁੰਨਦਾਨ ਕੀਤਾ ਉਸਨੇ। ਹਰ ਕੋ ਸਿਮਰਨ ਕਰ ਸੁਖ ਪਾਵਾ। ਤੇ ਨਾਲ ਉਹ ਸਿਮਰਨ ਕਰਦਾ ਸੀ, ਜੱਗ ਵੀ ਕਰਦਾ ਸੀ ਤੇ ਸਿਮਰਨ ਵੀ ਕਰਦਾ ਸੀ, ਜਿਸ ਕਰਕੇ ਉਹਨੂੰ ਇਹ ਸੁੱਖ ਪ੍ਰਾਪਤ ਹੋਇਆ। ਹੁਣ ਪ੍ਰਭ ਪਦ ਮੈਂ ਅੰਤ ਸਮਾਵਾ। ਤੇ ਨਾਲ ਰਾਜ ਭਾਗ ਕਰਦਿਆਂ ਹੋਇਆ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਸਮਾ ਗਿਆ ਤੇਰਾ ਪੜਦਾਦਾ। ਤਾਂ ਤੇ ਹੈ ਸੁਤ ਮਨ ਕਰਮ ਬਚਨਾ। ਤਾਂ ਤੇ ਪੁੱਤਰ ਮੇਰੀ ਗੱਲ ਮੰਨ ਲੈ। ਜਾਹੂ ਸ਼ਰਨ ਜਾਂ ਕੀ ਸਭ ਰਚਨਾ। ਉਹਦੀ ਸ਼ਰਨ ਦੇ ਵਿੱਚ ਜਾ ਜਿਸ ਪਰਮਾਤਮਾ ਦੀ ਇਹ ਸਾਰੀ ਹੋਈ ਰਚੀ ਰਚਨਾ ਹੈ। ਖੋਜਤ ਮੁਨ ਜਨ ਜੋਗੀ ਜਾਸੂ। ਜਿਸ ਪਰਮਾਤਮਾ ਨੂੰ ਮੁਨੀ ਜਨ ਜੋਗੀ ਲੱਭਦੇ ਫਿਰਦੇ ਹਨ। ਸਿਮਰੋ ਤਿਹੁ ਪਹਿਉ ਫਲ ਆਸੂ। ਤਾਂ ਉਹਦਾ ਸਿਮਰਨ ਕਰ ਲੈ,
ਮੇਰੀ ਇਹੀ ਸਿੱਖਿਆ ਤੈਨੂੰ। ਸੁਣਿਓ ਮਾਤ ਉਪਦੇਸ਼ ਬਿਸਾਲਾ। ਮਾਤਾ ਨੇ ਉਪਦੇਸ਼ ਦਿੱਤਾ ਤੇ ਸੁਣ ਲਿਆ ਧਰੂ ਨੇ। ਹਿਰਦੈ ਧੀਰ ਤਰੀ ਤੇ ਕਾਲਾ। ਧੀਰਜ ਧਰ ਲਿਆ, ਮਨ ਬਣਾ ਲਿਆ ਵੀ ਇਹ ਕੰਮ ਕਰਨਾ ਹੀ ਕਰਨਾ ਹੈ। ਪੂਰਨ ਤ੍ਰਿਣ ਸਮਪੁਰ ਕੋ ਤਿਆਗੇ। ਇਹਦੇ ਲਈ ਉਸ ਨੇ ਸਭ ਤੋਂ ਪਹਿਲਾਂ ਮੋਹ ਦਾ ਤਿਆਗ ਕੀਤਾ। ਤਿਆਗ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਮਨ ਬਣਾ ਲਿਆ ਵੀ ਇਹ ਕੰਮ ਕਰਨਾ ਹੀ ਕਰਨਾ ਹੈ। ਉਹ ਕਰਨ ਦੇ ਲਈ ਘਰ-ਬਾਰ ਤਾਂ ਛੱਡਣਾ ਹੀ ਪੈਣਾ ਸੀ, ਜੋ ਉਸ ਵਕਤ ਦੇ ਨਿਯਮ ਸਨ। ਮਾਂ ਦੀ ਸਿੱਖਿਆ ਲੈ ਕੇ ਧਰੂ ਭਗਤੀ ਕਰਨ ਚੱਲਿਆ। ਉਹ ਪ੍ਰਕਰਣ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ